गुरु रूप प्यारे साध संगत जे सज जाओ। प्रेम नाल अमृतमय गुरबाणे दे लड़ीवार कथा सरवण करो जी। सतनाम श्री वाहिगुरु साहिब जी। एक ओंकार सतनाम करता पुरखो निरभओ निर्वैर अकाल मूरत अजूनी सैभं गुर प्रसाद जप। आदि सच जुगाद सच है भी सच नानक होसी भी सच। चक्र चिहन अर बरन जाते अर पात नहन जिह। रूप रंग अर रेख भेख को कह ना सकत किह। अचल मूरत अनपहो प्रकाश अमितो जकह जय। कोटि इंद्र इंद्राण साहि सहान गणिजय। त्रिभवन महीप सुर नर असुर नेत नेत बन तृण कहत। त्वै सर्ब नाम कथ कवन कर्म नाम बरनत सुमत। दंडावत बंदन अनेक बार सर्ब कला समरथ। डोलन ते राखो प्रभु नानक दी कर हाथ। बंदना हर बंदना गुण गावहु गोपाल राय। रहाऊ वड्डा भाग पेटे गुरदेवा। कोटि पराध मिटे हर सेवा। चरण कमल जाका मन रापै। सोग अगन तिस जन न व्यापै। सागर तरिया साधु संगे निरभओ नाम जपहु हरि रंगे। पर धन दोख किश पाप न फीड़े। जम जंदार न आवै नेड़े। तृष्णा अगन प्रभ आप बुझाई। नानक उदरे प्रभ सरणाई। बेसुमार अथाह अगनत अतोला।
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ। ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸਲ ਕਰ ਆਏ, ਭੇਟਤ ਸਾਧ ਸੰਗ ਗਈ ਬਲਾਏ। ਰਹਾਉ ਨੇਤਰ ਪੁਨੀਤ ਪੇਖਤ ਹੀ ਦਰਸ, ਧਨ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗ ਦਾਸ ਹੈ ਪਾਏ। ਆਪ ਗਿਆ ਤਾ ਆਪ ਹੈ ਭਏ, ਕਿਰਪਾ ਨਿਧਾਨ ਕੀ ਸਰਨੀ ਪਏ। ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਨ ਕਹਾਂ ਕੋ ਜਾਇਆ। ਅਸਥਿਰ ਭਏ ਬਸੇ ਸੁਖ ਆਸਨ, ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਅਸਥਿਰ ਭਏ ਬਸੇ ਸੁਖ ਆਸਨ, ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਦੇ ਸਾਜਣਹਾਰ, ਮਜ਼ਲੂਮਾਂ ਦੇ ਰਕਸ਼ਕ, ਸੰਤਾਂ ਦੇ ਸਹਾਈ, ਦੁਸ਼ਟਾਂ ਦੇ ਭਖਸ਼ਕ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਸ਼ਮਸ਼ੇਰ ਬਹਾਦਰ, ਅਤਰਥੀ ਸੂਰਮੇ, ਕਵੀਆਂ ਦੇ ਰਾਜੇ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਗਰੀਬ ਨਿਵਾਜ ਸਤਿਗੁਰੂ ਜੀ ਸਰਬੱਤ ਜੀਵਾਂ ਦੇ ਉੱਪਰ ਬੇਅੰਤ ਬਖਸ਼ਿਸ਼, ਕਿਰਪਾਲਤਾ, ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਅਤੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ
ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਦਰਬਾਰ ਸਾਹਿਬ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਸਰੂਪ ਗੁਰਬਾਣੀ ਨੂੰ ਪੜ੍ਹ, ਸ਼ਰਵਣ ਅਤੇ ਗਾਇਨ ਕਰਕੇ ਵੱਡੇ ਭਾਰੀ ਆਤਮਿਕ ਆਨੰਦ ਨੂੰ ਮਾਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੇ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਨੂੰ ਸ਼ਰਵਣ ਕਰਨਾ ਕਰੀਏ। ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਪਿਆਰ ਦੇ ਸਹਿਤ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੁਰੂ ਗਰੀਬ ਨਿਵਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੰਜਵਾਂ ਜਾਮਾ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਸਰਬਤ ਜੀਆਂ ਦੇ ਉਧਾਰ ਕਰਤਾ, ਹਾਲਤ ਪਲਤ ਰੱਖਿਅਕ, ਧੀਰਜ ਧਾਰੀ, ਪਰ ਉਪਕਾਰੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਪੁੱਜ ਕਰਕੇ ਹਿਰਦੇ ਦੀ ਜਗਿਆਸਾ ਵਾਲਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਅਰਜ਼ ਗੁਜ਼ਾਰੀਏ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿਰਪਾਲਤਾ ਕਰੋ। ਸਾਡਾ ਜਿਹੜਾ ਇਹ ਮਨ ਹੈ ਨਾ ਬੜਾ ਮੈਲਾ ਹੈ। ਸੱਚੇ ਪਾਤਸ਼ਾਹ ਆਪ ਜੀ ਕਿਰਪਾਲਤਾ ਕਰਕੇ ਐਸਾ ਉਪਦੇਸ਼ ਬਖਸ਼ਿਸ਼ ਕਰਨਾ ਕਰੋ ਜਿਸ ਦੇ ਨਾਲ ਸਾਡਾ ਜਿਹੜਾ ਮਨ ਹੈ ਨਾ ਇਹ ਉਜਲ ਹੋ ਜਾਵੇ, ਪਵਿੱਤਰ ਹੋ ਜਾਵੇ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀਓ, ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦੇ ਕਾਰਨ ਸਾਨੂੰ ਜੰਮਣ ਮਰਨ ਦਾ ਦੁੱਖ ਵੀ ਲੱਗਾ ਹੋਇਆ ਹੈ। ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਸਰੀਰਕ ਰੋਗ, ਮਾਨਸਿਕ ਰੋਗ ਵੀ ਲੱਗੇ ਨੇ। ਮਹਾਰਾਜ ਕਿਰਪਾਲਤਾ ਕਰਕੇ ਇਹਨਾਂ ਦੁੱਖ ਜਨ ਦਰਦ ਕਲੇਸ਼ਾਂ ਤੋਂ ਵੀ ਉਬਾਰ ਲੈਣਾ ਕਰੋ। ਸੱਚੇ ਪਾਤਸ਼ਾਹ ਮੌਤ ਦਾ ਖੌਫ ਬੜਾ ਤੰਗ ਕਰਦਾ ਏ, ਬੜਾ ਡਰ ਦਿੰਦਾ ਏ। ਜਿਹੜਾ ਮੌਤ ਦਾ ਭਿਆਨਕ ਦ੍ਰਿਸ਼ ਹੈ ਅੱਖਾਂ ਦੇ ਅੱਗੇ ਜਿਸ ਵੇਲੇ ਮਹਾਰਾਜ ਆਉਂਦਾ ਨਾ, ਜਦੋਂ ਆਪਣੇ ਆਪ ਨੂੰ ਮਰਿਆ ਮਹਿਸੂਸ ਕਰਦੇ ਆ, ਪਾਰੋਸੀ ਕੇ ਜੋ ਹੁਆ ਤੂੰ ਆਪਣਾ ਭੀ ਜਾਨ, ਜਿਹੜਾ ਵਰਤਾਰਾ ਸਭਨਾ ਤੇ ਵਰਤ ਰਿਹਾ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਮਹਾਰਾਜ ਘਰ ਘਰ ਦੇ ਵਿੱਚ ਸੱਦੇ ਨਿਤਾ ਪ੍ਰਤੀ ਜੀਵਾਂ ਨੂੰ ਪੈ ਰਹੇ ਨੇ ਤੇ ਜੀਵ ਮਾਤ ਲੋਕ ਤੋਂ ਸਰੀਰਾਂ ਦਾ ਤਿਆਗ ਕਰਕੇ ਪਰਲੋਕ ਨੂੰ ਜਾ ਰਹੇ ਨੇ। ਜਿਸ ਵੇਲੇ ਉਹ ਖੌਫਨਾਕ ਮੰਜ਼ਰ ਮੌਤ ਦਾ ਆਪਣੇ ਸਰੀਰ ਤੇ ਘਟਦਾ ਹੋਇਆ ਨਜ਼ਰ ਆਉਂਦਾ ਤੇ ਮਹਾਰਾਜ ਫਿਰ ਹਿਰਦਾ ਅਤਿਅੰਤ ਡੋਲਦਾ ਹੈ, ਬੜਾ ਡਰ ਲੱਗਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਐਸੀ ਬਖਸ਼ਿਸ਼ ਕਰਨਾ ਕਰੋ। ਆਪ ਜੀ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਈਏ। ਸੱਚੇ ਪਾਤਸ਼ਾਹ ਸਾਡੀ ਕਲਿਆਣ ਹੋ ਜਾਵੇ, ਸਰੂਪ ਰੂਪ ਦੇ ਅੰਦਰ ਟਿਕ ਜਾਈਏ। ਮਹਾਰਾਜ ਸਾਡਾ ਬਹੁੜੋ ਜੰਮਣ ਮਰਨ ਨਾ ਹੋਵੇ। ਜਿਹੜੇ ਮਾਇਆ ਦੇ ਬੰਧਨ ਸਾਨੂੰ ਅਨੇਕ ਪ੍ਰਕਾਰ ਦੇ ਪਏ ਨੇ ਨਾ, ਕਿਰਪਾ ਕਰਕੇ ਬਖਸ਼ਿਸ਼ ਕਰਨਾ ਕਰੋ, ਸਾਡੇ ਇਹ ਮਾਇਆ ਦੇ ਜਿਹੜੇ ਬੰਧਨ ਨੇ ਉਹ ਕੱਟੇ ਜਾਣ। ਇਸ ਪ੍ਰਕਾਰ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿਖੇ ਅਰਜ਼ ਗੁਜ਼ਾਰੀਏ ਤੇ ਲੋਕ ਪਰਲੋਕ ਦੇ ਰੱਖਿਅਕ, ਹਲਤ ਪਲਤ ਦੇ ਰੱਖਿਅਕ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਨਾਵਣਾ ਕੀਤਾ, ਗੁਰਸਿੱਖੋ, ਗੁਰੂ ਘਰ ਦੇ ਵਿੱਚ ਨਾਮ ਦੀ ਵੱਡੀ ਭਾਰੀ ਮਹਾਨਤਾ ਹੈ। ਇਹਨਾਂ ਸਾਰਿਆਂ ਸੁੱਖਾਂ ਦਾ ਦਾਤਾ ਕੇਵਲ ਤਾਂ ਇੱਕ ਵਾਹਿਗੁਰੂ ਜੀ ਦਾ ਨਾਮ ਹੈ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਸਾਰਿਆਂ ਸੁੱਖਾਂ ਦਾ ਦਾਤਾ ਕੇਵਲ ਤਾਂ ਕੇਵਲ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਕਿਸੇ ਦੂਸਰੇ ਯਤਨ ਦੇ ਨਾਲ, ਦੂਸਰੇ ਸਾਧਨ ਦੇ ਨਾਲ ਸੁੱਖ ਨਹੀਂ ਮਿਲਦੇ ਨੇ। ਪਰ ਇਸ ਨਾਮ ਦੀ ਮਹਾਨਤਾ ਉਦੋਂ ਹੋਰ ਵੀ ਵੱਧ ਜਾਂਦੀ ਏ, ਕਈ ਗੁਣਾ, ਹਜ਼ਾਰਾਂ ਗੁਣਾ, ਲੱਖਾਂ ਗੁਣਾ ਵੱਧ ਹੋ ਕਰਕੇ ਫਲਦਾ ਤੇ ਫੁੱਲਦਾ ਹੈ ਜਦੋਂ ਇਸ ਨਾਮ ਨੂੰ ਸਾਧ ਸੰਗਤ ਅਥਵਾ ਸਤ ਸੰਗਤ ਦੇ ਵਿੱਚ ਬੈਠ ਕਰਕੇ ਸ਼ਰਵਣ ਕੀਤਾ ਜਾਵੇ। ਨਾਮ ਦੀ ਵਡਿਆਈ ਕੰਨਾਂ ਦੁਆਰਾ ਸ਼ਰਵਣ ਕਰੀਏ
ਤੇ ਰਸਨਾ ਦੇ ਨਾਲ ਉਚਾਰਨਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਨਾਮ ਦੀ ਮਹਿਮਾ ਹੋਰ ਵੀ ਵੱਧ ਜਾਂਦੀ ਏ, ਭਾਵ ਬਹੁਤਾ ਮਹਾਤਮ ਬਖਸ਼ਦੀ ਏ, ਬਹੁਤਾ ਫਲਾਦੇਸ਼ ਜੀਵ ਨੂੰ ਮਿਲਦਾ ਹੈ ਜਦੋਂ ਸਾਧ ਸੰਗਤ ਦੁਆਰਾ ਨਾਮ ਨੂੰ ਜਪਣਾ ਕਰਦਾ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਜਪਣ ਵਾਲੇ ਸਾਧੂ ਮਹਾਤਮਾ ਦੀ ਸੰਗਤ ਤੋਂ ਬਿਨਾਂ, ਨਾਮ ਦੇ ਰਸੀਆਂ ਦੀ ਸੰਗਤ ਤੋਂ ਬਿਨਾਂ ਸੰਸਾਰ ਸਾਗਰ ਤੋਂ ਕੋਈ ਤਰਦਾ ਨਹੀਂ। ਵਿਕਾਰੀਆਂ ਦੀ ਸੰਗਤ ਕਰਕੇ ਜਿਹੜੇ ਜੀਵ ਨੇ ਭਵ ਸਾਗਰ ਦੇ ਅੰਦਰ ਡੁੱਬ ਰਹੇ ਨੇ, ਆਤਮਿਕ ਜੀਵਨ ਤਬਾਹ ਹੋ ਰਹੇ ਨੇ, ਸਰੀਰਾਂ ਨੂੰ ਰੋਗ ਲੱਗ ਰਹੇ ਨੇ, ਘਰ ਦੀ ਸੁੱਖ ਸ਼ਾਂਤੀ ਨਸ਼ਟ ਭ੍ਰਸ਼ਟ ਹੋ ਰਹੀ ਹੈ, ਜਿਨ੍ਹਾਂ ਨੇ ਸਾਖਤਾਂ ਦੀ ਤੇ ਮਨਮੁਖਾਂ ਦੀ ਸੰਗਤ ਕਰ ਲਈ। ਪਰ ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਨਾਮ ਰਸੀਏ ਮਹਾਤਮਾ ਦੀ ਸੰਗਤ ਕਰਦੇ ਨੇ, ਹਿਰਦੇ ਦੇ ਅੰਦਰ ਸਤ ਸੰਤੋਖ ਇਤਿਆਦਿਕ ਸ਼ੁਭ ਗੁਣ ਜਿਹੜੇ ਨੇ ਨਾ, ਉਹ ਫਲੀਭੂਤ ਹੁੰਦੇ ਨੇ। ਦੈਵੀ ਸੰਪਤਾ ਸ਼ੁਭ ਗੁਣਾਂ ਦੀ ਹਿਰਦੇ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਏ, ਹਿਰਦਾ ਸ਼ਾਂਤ ਹੁੰਦਾ ਹੈ। ਜੀਵ ਦੇ ਹਿਰਦੇ ਦੇ ਵਿੱਚੋਂ ਪਾਪਾਂ ਦਾ, ਮਾਇਆ ਦਾ, ਵਿਕਾਰਾਂ ਦਾ ਅਭਾਵ ਹੋ ਜਾਂਦਾ ਹੈ। ਇਸ ਪ੍ਰਕਾਰ ਜਦੋਂ ਮਾਇਆ ਦੇ ਛੌੜ ਕੱਟੇ ਜਾਂਦੇ ਨੇ ਨਾ, ਤੇ ਜੀਵ ਨਿਰਵਿਕਾਰ ਜ਼ਿੰਦਗੀ ਬਤੀਤ ਕਰਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਰਮਲ ਭਾਵ ਦੇ ਅੰਦਰ ਰਹਿੰਦਾ ਹੈ। ਨਿਰਮਲ ਭਾਵ ਦੇ ਅੰਦਰ ਰਹਿ ਕਰਕੇ ਪ੍ਰੇਮਾ ਭਗਤੀ ਕਰਦਾ। ਤੇ ਪਿਆਰਿਓ, ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਦੇ ਨੇ। ਇਹ ਜਿਹੜੇ ਬਚਨ ਤੁਸਾਂ ਨੇ ਪੁੱਛੇ ਨੇ, ਇਹ ਸਾਰੀ ਭਾਵਨਾਵਾਂ ਹਰੀ ਅਕਾਲ ਪੁਰਖ ਜੀ ਪੂਰੀਆਂ ਕਰ ਦਿੰਦੇ ਨੇ, ਤੇ ਇਸ ਦੇ ਮਨ ਨੂੰ ਵੀ ਸ਼ਾਂਤੀ ਬਖਸ਼ ਦਿੰਦੇ ਨੇ, ਪਾਪ ਵੀ ਕੱਟ ਦਿੰਦੇ ਨੇ, ਜੰਮਣ ਮਰਨ ਦੇ ਬੰਧਨ ਵੀ ਕੱਟ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਜੀਵ ਦੁਨੀਆ ਦੇ ਅੰਦਰ ਜਨਮ ਲੈ ਕੇ ਇਕੱਲਾ ਹੀ ਆਉਂਦਾ ਹੈ, ਇੰਨੇ ਪਾਪ ਇੰਨੇ ਵਿਕਾਰ ਇਹਨੂੰ ਕਿੱਥੋਂ ਆ ਕੇ ਚੰਬੜ ਜਾਂਦੇ ਨੇ। ਜਦੋਂ ਜੀਵ ਜਨਮ ਲੈਂਦਾ ਹੈ, ਅਕਸਰ ਬਜ਼ੁਰਗ ਕਹਿ ਦਿੰਦੇ ਜੀ ਬੱਚਾ ਰੱਬ ਰੂਪ ਹੈ। ਰੱਬ ਰੂਪ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੇ ਵਿੱਚ ਰੱਬ ਵਰਗੀ ਸ਼ਕਤੀ ਜਾਂ ਰੱਬ ਵਰਗੀ ਸਮਰੱਥਾ ਏ। ਕਹਿਣ ਤੋਂ ਭਾਵ ਇਹ ਹੁੰਦਾ ਹੈ ਜਿਵੇਂ ਪ੍ਰਮਾਤਮਾ ਜੀ ਨਿਰਭਉ ਨੇ, ਨਿਰਵੈਰ ਨੇ, ਬੱਚਾ ਵੀ ਨਿਰਭਉ ਤੇ ਨਿਰਵੈਰ ਹੀ ਹੁੰਦਾ ਹੈ। ਨਾ ਉਹ ਅੱਗ ਤੋਂ ਡਰਦਾ ਹੈ, ਨਾ ਉਹ ਸੱਪ ਤੋਂ ਡਰਦਾ ਹੈ, ਨਾ ਬਿਜਲੀ ਦੀ ਤਾਰ ਤੋਂ ਡਰਦਾ ਹੈ। ਕਿਸੇ ਪ੍ਰਕਾਰ ਦਾ ਮਨ ਹਿਰਦੇ ਦੇ ਅੰਦਰ ਹੈ ਹੀ ਨਹੀਂ, ਭਾਵੇਂ ਕਿ ਦੁਨੀਆ ਦੇ ਇਹਨਾਂ ਚੀਜ਼ਾਂ ਵੱਲੋਂ ਅਗਿਆਨਤਾ ਕਰਕੇ ਹੈ, ਪਰ ਡਰ ਕਿਸੇ ਪ੍ਰਕਾਰ ਦਾ ਨਹੀਂ। ਪਰਮਾਤਮਾ ਜੀ ਨਿਰਵੈਰ ਨੇ ਨਾ, ਬੱਚੇ ਨੂੰ ਕਿਸੇ ਦੇ ਨਾਲ ਕੋਈ ਵੈਰ ਨਹੀਂ। ਜਿਸ ਨੇ ਪ੍ਰੇਮ ਦੇ ਨਾਲ ਪੁਚਕਾਰ ਦਿੱਤਾ, ਸਿਰ ਤੇ ਹੱਥ ਫੇਰ ਦਿੱਤਾ, ਜਿਹਨੇ ਹੱਸ ਕੇ ਬੁਲਾ ਲਿਆ, ਉਹਦਾ ਹੀ ਹੋ ਜਾਂਦਾ ਹੈ। ਇਸ ਪ੍ਰਕਾਰ ਜਿਹੜਾ ਬਾਲਕ ਉਹ ਨਿਰਭਉ ਤੇ ਨਿਰਵੈਰ ਹੈ। ਜਿਹੜਾ ਬਾਲਕ ਹੈ, ਨਾ ਉਸ ਦੇ ਵਿੱਚ ਕਾਮ ਦੀ ਭਾਵਨਾ ਹੈ, ਨਾ ਕ੍ਰੋਧ ਦੀ ਹੈ, ਨਾ ਲੋਭ ਦੀ ਹੈ, ਨਾ ਮੋਹ ਦੀ ਹੈ, ਨਾ ਹੰਕਾਰ ਦੀ ਹੈ। ਸੱਚੇ ਪਾਤਸ਼ਾਹ ਇਹ ਸਾਰੇ ਵਿਕਾਰ ਫਿਰ ਜੀਵ ਦੇ ਹਿਰਦੇ, ਬੱਚੇ ਦੇ ਹਿਰਦੇ ਅੰਦਰ ਪ੍ਰਵੇਸ਼ ਕਿਵੇਂ ਤੇ ਕਿਉਂ ਕਰ ਜਾਂਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ, ਇਹ ਜਿਹੜਾ ਜਗਤ ਸੰਸਾਰ ਹੈ ਨਾ, ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਇਆ ਦੁਆਰਾ ਸਾਜਿਆ ਏ। ਇੱਕ ਪਰਮਾਤਮਾ ਜੀ ਆਪ ਨੇ, ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿਠੋ ਚਾਓ, ਦੂਸਰੀ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਤਪੰਨ ਕੀਤੀ ਹੋਈ ਮਾਇਆ। ਜਿਸ ਵੇਲੇ ਹਰੀ ਅਕਾਲ ਪੁਰਖ ਜੀ ਨੇ ਫੁਰਨਾ ਕਰਨਾ ਕੀਤਾ ਨਾ ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ, ਉਹ ਜਿਹੜਾ ਫੁਰਨਾ ਕਰਨਾ ਸੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ, ਫੁਰਨੇ ਮਾਤਰ ਦੇ ਨਾਲ ਸਾਰੇ ਸੰਸਾਰ ਦੀ ਰਚਨਾ ਹੋ ਗਈ। ਓੰਕਾਰ ਸ਼ਬਦ ਉਚਾਰਨਾ ਕੀਤਾ ਹੈ। ਕੀਤਾ ਪਸਾਉ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਤੇ ਪਰਮਾਤਮਾ ਜੀ ਨੇ ਆਪਣੇ ਸੰਕਲਪ ਦੁਆਰਾ, ਫੁਰਨੇ ਦੁਆਰਾ ਸ੍ਰਿਸ਼ਟੀ ਨੂੰ ਪੈਦਾ ਕਰਨਾ ਕੀਤਾ ਜੀ। ਕਿਵੇਂ ਕੀਤਾ ਹੈ? ਇਹ ਸੰਕਲਪ ਦਾ ਆਭਾਸ ਹੀ ਮਾਇਆ ਅਖਵਾਉਂਦਾ ਹੈ। ਇੱਕ ਪਰਮਾਤਮਾ ਜੀ ਆਪ ਨੇ ਦੂਸਰੀ ਮਾਇਆ ਰਚ ਕਰਕੇ ਦੋਈ ਦੂਜੀ ਮਾਇਆ ਦੀ ਸਿਰਜਣਾ ਕੀਤੀ ਹੈ ਤੇ ਮਾਇਆ ਦੁਆਰਾ ਸੰਸਾਰ ਨੂੰ ਸਿਰਜਿਆ ਹੈ। ਦੋਈ ਕੁਦਰਤ ਸਾਜੀ ਹੈ। ਸਾਰੀ ਕੁਦਰਤ ਕਾਇਨਾਤ ਖੰਡ ਬ੍ਰਹਿਮੰਡ ਸਾਜ ਦਿੱਤੇ, ਪਰ ਹਰੀ ਪਰਮਾਤਮਾ ਜੀ ਇਸ ਮਾਇਆ ਤੋਂ ਨਿਰਲੇਪ ਨੇ। ਕਰ ਆਸਣ ਡਿਠੋ ਚਾਓ, ਆਪਣੇ ਸਤ ਸੰਗਤ ਰੂਪੀ ਆਸਣ ਵਿੱਚ ਸੱਜ ਕਰਕੇ ਅਥਵਾ ਸੱਚਖੰਡ ਰੂਪੀ ਅਸਥਾਨ ਤੇ ਆਸਣ ਲਗਾ ਕਰਕੇ ਬੈਠੇ ਨੇ ਤੇ ਸਾਰਾ ਜਿਹੜਾ ਸ੍ਰਿਸ਼ਟੀ ਦਾ ਪਸਾਰਾ ਹੈ ਉਸ ਨੂੰ ਬੜੇ ਉਤਸ਼ਾਹ ਦੇ ਨਾਲ ਤੱਕ ਰਹੇ ਨੇ। ਤੇ ਪਰਮਾਤਮਾ ਜੀ ਦੇ ਸੰਕਲਪ ਮਾਤਰ ਦੇ ਨਾਲ ਉਤਪੰਨ ਹੋਈ ਜਿਹੜੀ ਮਾਇਆ ਹੈ ਨਾ,
ਮਾਇਆ ਦਾ ਆਭਾਸ, ਮਾਇਆ ਦਾ ਪ੍ਰਭਾਵ ਜਦੋਂ ਜੀਵ ਦੇ ਉੱਪਰ ਪੈਂਦਾ ਹੈ, ਜੀਵ ਦੇ ਮਨ ਦੇ ਉੱਪਰ ਪੈਂਦਾ ਨਾ, ਤੇ ਪੂਰਬਲੇ ਜਨਮਾਂ ਦੇ ਅੰਦਰ ਜਿਤਨੇ ਵੀ ਕੀਤੇ ਹੋਏ ਪਾਪ ਇਤਿਆਦਿਕ ਜਾਂ ਕਰਮ ਨੇ ਨਾ, ਉਹ ਸਾਰੇ ਫਲ ਦੇਣ ਵਾਸਤੇ ਉਦੈ ਹੋ ਆਉਂਦੇ ਨੇ। ਇਸ ਪ੍ਰਕਾਰ ਪੂਰਬਲੇ ਜਨਮਾਂ ਦੇ ਸੰਸਕਾਰ ਫਲ ਦੇਣ ਵਾਸਤੇ ਹਿਰਦੇ ਵਿੱਚ ਪ੍ਰਗਟ ਹੁੰਦੇ ਨੇ, ਤੇ ਉਹਨਾਂ ਪਿਛਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਦੀਆਂ ਤੇ ਮਨ ਦੀਆਂ ਰਹਿ ਗਈਆਂ ਅਧੂਰੀਆਂ ਭਾਵਨਾਵਾਂ ਅਥਵਾ ਜਿਹੜੀਆਂ ਵਾਸ਼ਨਾਵਾਂ ਨੇ ਨਾ, ਉਹ ਮਨ ਦੇ ਅੰਦਰ ਪ੍ਰਬਲ ਭਾਵ ਪਾਉਂਦੀਆਂ ਨੇ, ਪ੍ਰਗਟ ਹੋ ਜਾਂਦੀਆਂ ਨੇ, ਜੀਵ ਵਿਕਾਰਾਂ ਦੇ ਸਹਿਤ ਹੋ ਜਾਂਦਾ ਹੈ। ਇਸ ਪ੍ਰਕਾਰ ਸਾਰਾ ਪਸਾਰਾ ਮਾਇਆ ਦੇ ਪ੍ਰਭਾਵ ਦੁਆਰਾ ਹੈ। ਮਾਇਆ ਦੇ ਪ੍ਰਭਾਵ ਦੁਆਰਾ ਹੀ ਪੂਰਬਲੇ ਜਨਮਾਂ ਦੇ ਸੰਸਕਾਰ ਇਸ ਜਨਮ ਦੇ ਵਿੱਚ ਆ ਕਰਕੇ ਫਿਰ ਫਲ ਦਿੰਦੇ ਨੇ। ਇਹ ਮਾਇਆ ਦਾ ਪ੍ਰਭਾਵ ਹੈ। ਜਿੱਥੋਂ ਪੂਰਬਲੇ ਜਨਮ ਦੇ ਮਾਤਾ ਪਿਤਾ ਨਾਲ ਨਹੀਂ ਆਏ, ਪੂਰਬਲੇ ਜਨਮ ਦਾ ਸਰੀਰ ਨਾਲ ਨਹੀਂ ਆਇਆ, ਪੂਰਬਲੇ ਜਨਮਾਂ ਵਿੱਚ ਕਿਹੜੇ ਕੰਮ ਕੀਤੇ ਉਹਨਾਂ ਦੀ ਯਾਦ ਵੀ ਨਹੀਂ ਆਈ, ਉਹਨਾਂ ਦਾ ਚੇਤਾ ਵੀ ਭੁੱਲ ਗਿਆ। ਪਰ ਇਹ ਮਾਇਆ ਦਾ ਪ੍ਰਭਾਵ ਹੈ ਕਿ ਉਹਨਾਂ ਜਨਮਾਂ ਵਿੱਚ ਕਮਾਏ ਹੋਏ ਕਰਮ ਆਪਣਾ ਫਲ ਦੇਣ ਵਾਸਤੇ ਦੁੱਖ ਜਾਂ ਸੁੱਖ ਰੂਪ ਦੇ ਵਿੱਚ ਜੀਵ ਦੇ ਨਾਲ ਆਉਂਦੇ ਨੇ, ਤੇ ਸਮੇਂ-ਸਮੇਂ ਅਨੁਸਾਰ ਉਹਨਾਂ ਕਰਮਾਂ ਦੇ ਸੰਜੋਗ ਤੇ ਵਿਜੋਗ ਦੇ ਨਾਲ ਜੀਵ ਨੂੰ ਸੁੱਖ ਤੇ ਦੁੱਖ ਮਿਲਦਾ ਹੈ। ਇਸ ਕਰਕੇ ਸਾਰਾ ਇਹ ਜਿਹੜਾ ਪਸਾਰਾ ਹੈ, ਸਾਰਾ ਪ੍ਰਭਾਵ ਹੈ ਨਾ ਗੁਰਸਿੱਖੋ, ਇਹ ਮਾਇਆ ਦਾ ਹੈ। ਤੇ ਸਤਿਗੁਰੂ ਜੀ ਦੇ ਸਿੱਖਾਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਸਾਰੇ ਪਾਪਾਂ ਦਾ, ਸਾਰੇ ਵਿਕਾਰਾਂ ਦਾ, ਸਾਰੇ ਦੁੱਖਾਂ ਦਾ ਮੂਲ ਮਾਇਆ ਹੀ ਹੈ, ਤੇ ਫਿਰ ਕਿਰਪਾ ਕਰਕੇ ਇਹ ਮਾਇਆ ਦਾ ਹੀ ਭਰਮ ਜਾਲ ਕੱਟ ਦਿਓ ਜੀ, ਦੁੱਖ ਆਪੇ ਮਿਟ ਜਾਣਗੇ। ਜਦੋਂ ਮਾਇਆ ਕੱਟੀ ਗਈ, ਸਾਰੇ ਪਾਪ ਇਤਿਆਦਿਕ ਕੱਟੇ ਜਾਣੇ ਨੇ, ਕਰਮਾਂ ਦਾ ਫਲ ਇਤਿਆਦਿਕ ਸੰਜੋਗ ਵਿਜੋਗ ਕੱਟੇ ਜਾਣੇ ਨੇ, ਤੇ ਗਰੀਬ ਨਿਵਾਜ ਫਿਰ ਸਭ ਤੋਂ ਵੱਡੀ ਫਾਹੀ ਤੇ ਮਾਇਆ ਦੀ ਹੈ। ਇਹ ਜੜ ਮਾਇਆ ਹੋ ਕਰਕੇ, ਚੇਤਨ ਮਾਇਆ ਹੋ ਕਰਕੇ ਅਨੇਕ ਪ੍ਰਕਾਰ ਦੇ ਨਾਲ ਜੀਵਾਂ ਦੇ ਹਿਰਦੇ ਵਿੱਚ ਪ੍ਰਵੇਸ਼ ਕਰਦੀ ਏ ਤੇ ਸ਼ੁਭ ਗੁਣਾਂ ਦੀ ਦੌਲਤ ਨੂੰ ਲੁੱਟ ਲੈਣਾ ਕਰਦੀ ਏ। ਮਹਾਰਾਜ ਹਿਰਦੇ ਦੇ ਉੱਪਰ ਐਸਾ ਪ੍ਰਭਾਵ ਪਾਉਂਦੀ ਏ, ਮੱਤ ਮਾਰ ਦਿੰਦੀ ਏ ਇਹ ਮਾਇਆ, ਤੇ ਕਿਰਪਾਲਤਾ ਕਰੋ ਇਸ ਮਾਇਆ ਦੇ ਛੌੜ ਕੱਟ ਦਿਓ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਉਪਦੇਸ਼ ਦੀ ਬਖਸ਼ਿਸ਼ ਕਰੋ। ਇਹ ਜਿਹੜੇ ਮਾਇਆ ਦਾ ਮੱਕੜ ਜਾਲ ਹੈ, ਭਰਮ ਜਾਲ ਹੈ, ਜਨਮਾਂ ਜਨਮਾਂਤਰਾਂ ਵਿੱਚ ਘਮਾਉਣ ਵਾਲੀਆਂ, ਫਿਰਾਉਣ ਵਾਲੀਆਂ, ਦੁੱਖ ਦੇਣ ਵਾਲੀਆਂ ਮਾਇਆ ਦੀਆਂ ਜ਼ੰਜੀਰਾਂ ਫਾਈਆਂ ਨੇ, ਇਹ ਕੱਟੀਆਂ ਕਿਵੇਂ ਜਾਣ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਭ ਉਪਦੇਸ਼ ਦੀ ਬਖਸ਼ਿਸ਼ ਕਰਨਾ ਕਰਦੇ ਨੇ। ਰਹਾਉ ਵਾਲੀਆਂ ਪੰਕਤੀਆਂ ਤੋਂ, ਖੇਮ ਭਇਆ ਕੁਸਲ ਘਰ ਆਏ ਵਾਲੀ ਪੰਕਤੀ ਤੋਂ ਜਿਹੜੇ ਅਰਥ ਨੇ ਉਹ ਪ੍ਰਾਰੰਭ ਹੋਣਗੇ। ਗਰੀਬ ਨਿਵਾਜ ਸਾਹਿਬ ਜੀ ਜਿਵੇਂ ਬਖਸ਼ਿਸ਼ ਕਰ ਰਹੇ ਨੇ, ਸਤਿਗੁਰਾਂ ਦੇ ਪਾਵਨ ਉਪਦੇਸ਼ ਤੇ ਵਿਚਾਰ ਨੂੰ ਸ਼ਰਵਣ ਕਰੀਏ। ਖੇਮ ਭਇਆ ਕੁਸਲ ਘਰ ਆਏ। ਹੇ ਗੁਰਸਿੱਖੋ, ਜੀਵ ਨੂੰ ਖੇਮ ਉਸ ਵੇਲੇ ਪ੍ਰਾਪਤ ਹੁੰਦਾ ਹੈ, ਖੇਮ ਤੋਂ ਭਾਵ ਹੈ ਸੁਖ। ਉਸ ਵੇਲੇ ਸੁਖ ਭਇਆ ਇਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਵੇਲੇ ਕੁਸਲ, ਕੁਸਲ ਤੋਂ ਭਾਵ ਹੈ ਆਨੰਦ, ਆਨੰਦ ਦੇ ਸਹਿਤ ਹੋ ਕਰਕੇ ਘਰ ਆਏ, ਸਰੂਪ ਰੂਪੀ ਘਰ ਦੇ ਅੰਦਰ ਸਥਿਤ ਹੁੰਦਾ ਹੈ। ਉਸ ਵੇਲੇ ਉਸ ਨੂੰ ਆਤਮ ਸੁਖ ਮਿਲਦਾ ਹੈ। ਜਿਸ ਵੇਲੇ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਜਿਹੜਾ ਜੀਵ ਹੈ ਇਹ ਸਥਿਤੀ ਪ੍ਰਾਪਤ ਕਰਨਾ ਕਰਦਾ ਹੈ। ਭੇਟਤ ਸਾਧ ਸੰਗ ਗਈ ਬਲਾਏ। ਹੇ ਗੁਰਸਿੱਖੋ, ਇਹ ਜਿਹੜੀ ਮਾਇਆ ਹੈ ਨਾ ਵੱਡੀ ਭਾਰੀ ਬਲਾ ਏ, ਜਿਹੜੀ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲੋਂ ਵਿਛੋੜਾ ਪਾ ਦਿੰਦੀ ਏ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਮਾਇਆ ਐਸਾ ਆਪਣਾ ਪ੍ਰਭਾਵ ਪਾਉਂਦੀ ਏ। ਹੇ ਗੁਸਾਈ ਜੀ, ਮਾਲਕ ਸਾਈਂ ਜੀ, ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਤੁਹਾਡੇ ਚਰਨਾਂ ਨੂੰ ਹਿਰਦੇ ਵਿੱਚੋਂ ਵਿਸਾਰ ਹੀ ਦਿੰਦੀ ਏ। ਹਿਰਦੇ ਦੀ ਯਾਦ ਹੀ ਵਿਸਾਰ, ਹਿਰਦੇ ਚੋਂ ਚਰਨਾਂ ਦੀ ਭਾਵ ਨਾਮ ਦੀ ਯਾਦ ਹੀ ਵਿਸਾਰ ਦਿੰਦੀ ਏ। ਨਾਮ ਵੱਲ ਤੇ ਇਹ ਜਿਹੜੀ ਮਾਇਆ ਹੈ ਹਿਰਦੇ ਦੀ ਇਕਾਗਰਤਾ ਹੋਣੀ ਨਹੀਂ ਦਿੰਦੀ ਹੈ। ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਇਸ ਮਾਇਆ ਦਾ ਇਲਾਜ ਹੈ ਸਾਧ ਸੰਗਤ। ਭੇਟਤ ਸਾਧ ਸੰਗ, ਜਿਹੜੇ ਸਾਧ ਸੰਗਤ ਵਿੱਚ ਆ ਕਰਕੇ ਭੇਟਤ ਮਿਲੇ ਨੇ ਨਾ, ਗਈ ਬਲਾਏ, ਇਹ ਵੱਡੀ ਭਾਰੀ ਬਲਾ, ਇਹ ਵੱਡੀ ਭਾਰੀ ਚੁੜੇਲ ਰੂਪੀ ਮਾਇਆ ਉਹਨਾਂ ਦੇ ਹਿਰਦੇ ਦੇ ਵਿੱਚੋਂ ਚਲੇ ਗਈ ਏ। ਕਹਿਣ ਤੋਂ ਭਾਵ ਮਾਇਆ ਦਾ ਪ੍ਰਭਾਵ, ਮਾਇਆ ਦਾ ਮੋਹ ਉਹਨਾਂ ਦੇ ਹਿਰਦੇ ਵਿੱਚੋਂ ਚੁੱਕਿਆ ਗਿਆ, ਅਭਾਵ ਹੋ ਗਿਆ, ਮਿਟ ਗਿਆ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖ ਪਿਆਰਿਆਂ ਦੇ ਨਾਲ
ਨਾਮ ਰਸੀਆਂ ਦੇ ਨਾਲ ਮਿਲ ਕਰਕੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਇਹ ਸਾਧ ਸੰਗਤ ਦੀ ਬਖਸ਼ਿਸ਼ ਹੈ। ਨਾਮ ਸਮਰੱਥ ਹੈ ਸਾਰੇ ਬੰਧਨਾਂ ਨੂੰ ਕੱਟਣ ਦੇ, ਪਰ ਸਾਧ ਸੰਗਤ ਦੁਆਰਾ ਜਪਿਆ ਹੋਇਆ ਨਾਮ ਹਜ਼ਾਰਾਂ ਗੁਣਾ ਲੱਖਾਂ ਗੁਣਾ ਵੱਧ ਹੋ ਕਰਕੇ ਫਲਦਾ ਹੈ। ਬਹੁਤਾ ਫਲ ਦਿੰਦਾ ਹੈ, ਕਿਤਨਾ ਕੁ ਜ਼ਿਆਦਾ ਫਲ ਦਿੰਦਾ ਹੈ, ਉਹ ਕਥਨ ਨਹੀਂ ਕੀਤਾ ਜਾ ਸਕਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਨਾ, ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਹੇ ਸਾਡੇ ਮਿੱਤਰੋ, ਸਾਧ ਸੰਗਤ ਦੀ ਇਹ ਵੱਡੀ ਭਾਰੀ ਮਹਿਮਾ ਦਾ ਗੁਣ ਸ਼ਰਵਣ ਕਰਨਾ ਕਰੋ ਜੀ। ਕੀ ਗੁਣ ਹੈ? ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਜਿਹੜੀ ਕਿ ਮੈਲ ਖੋਈ ਹਿਰਦੇ ਨੂੰ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਨਾ, ਪਾਪਾ ਕਰਮ ਵਿਚਾਰਾਂ ਦੀ, ਉਹ ਸਾਰੀ ਖੋਈ ਨਾਸ਼ ਹੋ ਜਾਂਦੀ ਹੈ। ਕੋਟ ਅਗ ਹਰੇ, ਕੋਟ ਦਾ ਮਾਇਨਾ ਹੈ ਕਰੋੜਾਂ, ਤੇ ਅਗ ਦਾ ਅਰਥ ਹੈ ਪਾਪ, ਤੇ ਹਰੇ ਦਾ ਅਰਥ ਹੈ ਹਰੇ ਜਾਂਦੇ ਨੇ, ਭਾਵ ਨਾਸ਼ ਹੋ ਜਾਂਦੇ ਨੇ। ਸਾਧ ਸੰਗਤ ਕਰਨੇ ਦੇ ਨਾਲ ਕਰੋੜਾਂ ਹੀ ਜਿਹੜੇ ਪਾਪ ਉਹ ਨਾਸ਼ ਹੋ ਜਾਂਦੇ ਨੇ, ਅਥਵਾ ਕਰੋੜਾਂ ਜਨਮਾਂ ਦੇ ਵਿੱਚ ਕੀਤੇ ਹੋਏ ਪਾਪ ਕਰਮਾਂ ਦੇ ਜਿਹੜੇ ਫਲ ਦੇਣ ਵਾਸਤੇ ਦੁੱਖ ਰੂਪ ਪ੍ਰਗਟ ਹੋਣੇ ਸਨ, ਉਹ ਪਾਪ ਨਾਸ਼ ਹੋ ਜਾਂਦੇ ਨੇ। ਨਿਰਮਲ ਭਏ ਚੀਤਾ, ਜਿਹੜਾ ਚਿੱਤ ਹੈ ਨਾ, ਜਿਹੜਾ ਮਨ ਹੈ ਨਾ, ਇਹ ਸਾਧ ਸੰਗਤ ਕਰਨੇ ਦੇ ਨਾਲ ਨਿਰਮਲ ਹੋ ਜਾਂਦਾ ਹੈ, ਮੈਲ ਤੋਂ ਰਹਿਤ ਹੋ ਜਾਂਦਾ ਹੈ, ਉਜਲ ਹੋ ਜਾਂਦਾ ਹੈ, ਪ੍ਰਕਾਸ਼ ਸਰੂਪ ਹੋ ਜਾਂਦਾ ਹੈ, ਸ਼ੁੱਧ ਸਰੂਪ ਹੋ ਜਾਂਦਾ ਹੈ। ਇਹ ਸਾਧ ਸੰਗਤ ਦੀ ਵੱਡੀ ਭਾਰੀ ਮਹਿਮਾ ਹੈ। ਜਿਹੜਾ ਮਨ ਹੈ ਸਦਾ ਕੱਚੇ ਪਾਰੇ ਵਾਂਗੂ ਡੋਲਦਾ ਰਹਿਣ ਵਾਲਾ ਨਾ, ਕੱਚਾ ਪਾਰਾ ਹੁੰਦਾ ਹੈ ਸਾਧ ਸੰਗਤ ਜੀ, ਹੱਥ ਦੀ ਹਥੇਲੀ ਦੇ ਉੱਪਰੋਂ ਜ਼ਮੀਨ ਤੇ ਡਿੱਗ ਪਵੇ ਨਾ, ਤੇ ਇੱਕਦਮ ਸੈਂਕੜੇ ਟੁਕੜੇ ਹੋ ਕਰਕੇ ਖਿੰਡ ਜਾਂਦਾ ਹੈ, ਤੇ ਜੇਕਰ ਉਸ ਨੂੰ ਇਕੱਠਾ ਕਰ ਲਈਏ ਫਿਰ ਇੱਕ ਹੋ ਜਾਂਦਾ ਹੈ। ਇਸੇ ਪ੍ਰਕਾਰ ਇਹ ਜਿਹੜਾ ਮਨ ਹੈ, ਮਾਇਆ ਦੇ ਪ੍ਰਭਾਵ ਕਰਕੇ ਸੈਂਕੜੇ ਟੁਕੜਿਆਂ ਵਿੱਚ ਖਿੰਡਣਾ ਕੀ ਹੈ? ਸੈਂਕੜੇ ਹਜ਼ਾਰਾਂ ਹੀ ਵਾਸ਼ਨਾਵਾਂ ਪ੍ਰਗਟ ਹੋ ਜਾਣੀਆਂ, ਤੇ ਫਿਰ ਜਿਹੜਾ ਮਨ ਹੈ ਕੱਲੀ ਕੱਲੀ ਵਾਸ਼ਨਾ ਨੂੰ ਚੇਤੇ ਕਰਦਾ ਹੈ, ਤੇ ਮਨ ਦੇ ਪਿੱਛੇ ਲੱਗਿਆ ਹੋਇਆ ਸਰੀਰ ਫਿਰ ਮਨ ਦੇ ਪਿੱਛੇ ਦੌੜਦਾ, ਮੇਰੀਆਂ ਵਾਸ਼ਨਾਵਾਂ ਪੂਰੀਆਂ ਹੋ ਜਾਣ। ਤੇ ਜਿਵੇਂ ਸਿਆਣਾ ਪੁਰਖ ਉਹਨਾਂ ਸਾਰੇ ਸੈਂਕੜੇ ਹਜ਼ਾਰਾਂ ਟੁਕੜਿਆਂ ਨੂੰ ਫਿਰ ਇਕੱਠਾ ਕਰ ਲੈਂਦਾ, ਜਾਂ ਵੈਦ ਜਿਸਨੇ ਉਸ ਦੀ ਦਵਾਈ ਬਣਾਉਣੀ, ਔਸ਼ਧੀ ਬਣਾਉਣੀ ਹੈ, ਪਾਰੇ ਨੂੰ ਭਸਮ ਕਰਕੇ ਉਹ ਸੈਂਕੜੇ ਹਜ਼ਾਰਾਂ ਹੋਏ ਟੁਕੜਿਆਂ ਵਿੱਚ ਖਿੰਡੇ ਹੋਏ ਪਾਰੇ ਨੂੰ ਫਿਰ ਇਕੱਤਰ ਕਰ ਲੈਂਦਾ, ਫਿਰ ਉਸ ਨੂੰ ਸੋਧ ਕਰਕੇ ਉਸ ਨੂੰ ਮਾਰਨਾ ਕਰਦਾ ਹੈ ਵਿੱਚ ਮਸਾਲੇ ਪਾ ਕਰਕੇ, ਤੇ ਜਦੋਂ ਮਾਰ ਲੈਂਦਾ ਤੇ ਫਿਰ ਜਿਹੜਾ ਕੱਚਾ ਪਾਰਾ ਹੁੰਦਾ ਹੈ ਸ਼ੁੱਧ ਸਰੂਪ ਹੋ ਜਾਂਦਾ ਹੈ। ਇੰਨਾ ਬਲਵਾਨ ਹੋ ਜਾਂਦਾ, ਮੰਨਿਆ ਜਾਂਦਾ ਕੋਈ ਰੱਤੀ ਪਰ ਆ ਜਾਵੇ ਤੇ ਹਾਥੀ ਜਿੰਨਾ ਵੱਲ ਆ ਜਾਂਦਾ ਹੈ। ਇਸੇ ਪ੍ਰਕਾਰ ਇਹ ਜਿਹੜਾ ਮਨ ਕੱਚੇ ਪਾਰੇ ਵਾਂਗੂ ਹੈ, ਸੈਂਕੜੇ ਅਥਵਾ ਹਜ਼ਾਰਾਂ ਵਾਸ਼ਨਾਵਾਂ ਟੁਕੜੇ ਹੋਣ ਰੂਪੀ ਵਾਸ਼ਨਾਵਾਂ ਦੇ ਪਿੱਛੇ ਦੌੜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਵੈਦ ਨੇ, ਮੇਰਾ ਵੈਦ ਗੁਰੂ ਗੋਬਿੰਦਾ। ਵੈਦ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸ਼ਬਦ ਦੇ ਨਾਲ, ਉਪਦੇਸ਼ ਰੂਪੀ ਜੁਗਤ ਦੇ ਨਾਲ ਮਨ ਨੂੰ ਇਕੱਠਾ ਕਰ ਦਿੰਦੇ ਨੇ, ਭਾਵ ਇਕਾਗਰ ਕਰ ਦਿੰਦੇ ਨੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਮ ਰੂਪੀ ਮਸਾਲਾ ਪਾ ਕਰਕੇ, ਉਪਦੇਸ਼ ਰੂਪੀ ਮਰਿਆਦਾ ਰੂਪੀ ਮਸਾਲਾ ਪਾ ਕਰਕੇ ਜਦੋਂ ਮਨ ਨੂੰ ਸ਼ੁੱਧ ਕਰ ਦਿੰਦੇ ਨੇ ਨਾ, ਤੇ ਸਾਧ ਸੰਗਤ ਜੀ ਮਨ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਮੋਹ ਰੂਪੀ ਹਾਥੀ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦਾ ਹੈ। ਵਿਕਾਰ ਇਸੇ ਪ੍ਰਕਾਰ ਕਾਮ ਰੂਪੀ ਸ਼ੇਰ ਨੂੰ ਵੀ ਆਪਣੇ ਵਸ ਦੇ ਵਿੱਚ ਕਰ ਲੈਂਦਾ, ਪਰ ਹੋਵੇਗਾ ਕਿਵੇਂ? ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲਤਾਓ ਭਇਓ ਅਰੂੜਾ। ਜਿਹੜਾ ਮਨ ਚਲਤਾਓ ਹਰ ਵੇਲੇ ਪਿੱਪਲ ਦੀ ਸਿਰੀ ਦੀ ਕਰੁੰਬਲੀ ਵਾਂਗੂ ਡੋਲਦਾ ਰਹਿਣ ਵਾਲਾ, ਦੀਵੇ ਦੀ ਲਾਟ ਵਾਂਗੂ ਡੋਲਦਾ ਰਹਿਣ ਵਾਲਾ, ਕੱਚੇ ਪਾਰੇ ਵਾਂਗੂ ਖਿੰਡ ਜਾਣ ਵਾਲਾ, ਹਾਥੀ ਦੇ ਕੰਨਾਂ ਵਾਂਗੂ ਹਰ ਵੇਲੇ ਹਿਲਦਾ ਰਹਿਣ ਵਾਲਾ ਬੜਾ ਚੰਚਲ ਹੈ। ਤੇ ਜਿਹੜੇ ਜੋੜੀ ਵਜਾਉਂਦੇ ਨੇ, ਤਬਲਾ ਵਜਾਉਂਦੇ ਨੇ, ਉਹਨਾਂ ਦੀਆਂ ਉਂਗਲਾਂ ਬੜੀਆਂ ਚੰਚਲ ਹੁੰਦੀਆਂ, ਬੜੀ ਤੇਜ਼ੀ ਦੇ ਨਾਲ ਪੁੜੇ ਤੇ ਚੱਲਦੀਆਂ ਨੇ। ਇਸ ਪ੍ਰਕਾਰ ਤਬਲਾ ਵਜਾਉਣ ਵਾਲੇ ਦੀਆਂ ਉਂਗਲਾਂ ਵਾਂਗੂ ਬੜਾ ਚੰਚਲ ਹੁੰਦਾ ਹੈ। ਪਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਭੂਤ ਨੇ ਦੀਵੇ ਵਾਂਗੂ ਵਿਚਰਨ ਵਾਲੇ ਇਸ ਮਨ ਨੂੰ ਜਦੋਂ ਜੁਗਤ ਦੇ ਨਾਲ ਇਕਾਗਰ ਕਰ ਦਿੰਦੇ ਨੇ, ਫਿਰ ਵਿਕਾਰਾਂ ਰੂਪੀ ਜਾਨਵਰਾਂ ਨੂੰ, ਵਿਕਾਰਾਂ ਰੂਪੀ ਵੱਡੇ ਮਹਾਬਲੀ ਯੋਧਿਆਂ ਨੂੰ ਵੀ ਇਹ ਜਿਹੜਾ ਮਨ ਹੈ ਆਪਣੇ ਵਸ ਦੇ ਵਿੱਚ ਕਰ ਲੈਂਦਾ ਜੀ। ਕਦੋਂ? ਸਤ ਸੰਗਤ ਸਾਧ ਪਾਈ ਵੱਡ ਭਾਗੀ। ਸ੍ਰੇਸ਼ਟ ਸਤਿਗੁਰੂ ਜੀ ਦੀ ਜਿਸ ਵੇਲੇ ਸਤ ਸੰਗਤ ਪ੍ਰਾਪਤ ਕਰਨਾ ਕੀਤੀ ਨਾ, ਤੇ ਹਰ ਵੇਲੇ ਡੋਲਦਾ ਰਹਿਣ ਵਾਲਾ, ਚੱਲਦਾ ਰਹਿਣ ਵਾਲਾ, ਭਜਦਾ ਫਿਰਦਾ ਰਹਿਣ ਵਾਲਾ ਮਨ ਜਿਹੜਾ ਸੀ, ਚੱਲਤਾ ਉਹ ਚੱਲਦਾ ਰਹਿਣ ਵਾਲਾ, ਭਾਇਓ ਅਰੂੜਾ ਸੁੰਦਰ ਸਰੂਪ ਹੋ ਗਿਆ, ਸਥਿਤ ਹੋ ਗਿਆ, ਟਿਕ ਗਿਆ। ਇਹ ਸਾਧ ਸੰਗਤ ਕੀਤੇ ਤੋਂ ਬਿਨਾਂ ਜਿਹੜਾ ਮਨ ਹੈ ਕਦੇ ਵਸ ਵਿੱਚ ਨਹੀਂ ਆਉਂਦਾ ਹੈ। ਇਸ ਨੂੰ ਮਨ ਨੂੰ ਵਸ ਦੇ ਵਿੱਚ ਕਰਨ ਦਾ ਇੱਕੋ ਇੱਕ ਸਾਧਨ ਹੈ ਸਾਧ ਸੰਗਤ ਕਰਨੀ।
ਤੇ ਸਾਧ ਸੰਗਤ ਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਹੈ। ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਣੇ ਕਰਕੇ ਜਿਹੜਾ ਮਨ ਹੈ ਇਕਾਗਰ ਹੁੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਭੇਟਤ ਸਾਧ ਸੰਗ ਗਈ ਬਲਾਏ। ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ੍ਰੇਸ਼ਟ ਸਤਿਗੁਰੂ ਜੀ ਦੀ ਸੰਗਤ ਪ੍ਰਾਪਤ ਹੁੰਦੀ ਏ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮ ਰਸੀਏ, ਬ੍ਰਹਮ ਸਰੋਤਰੀ, ਬ੍ਰਹਮ ਨਰੇਸ਼ਟੀ ਸਾਧੂ ਜਿਹੜੇ ਸਾਧਨਾ ਸੰਪੰਨ ਨਾਮ ਰਸੀਏ ਨੇ ਨਾ, ਉਹਨਾਂ ਦੀ ਸੰਗਤ ਮਿਲ ਜਾਂਦੀ ਏ ਨਾ, ਫਿਰ ਗਈ ਬਲਾਏ। ਮਾਇਆ ਰੂਪੀ ਬਲਾ ਫਿਰ ਚਲੇ ਜਾਂਦੀ ਏ, ਅਵਿਦਿਆ ਰੂਪੀ ਬਲਾ ਵੀ ਚਲੇ ਜਾਂਦੀ ਏ, ਅਗਿਆਨਤਾ ਰੂਪੀ ਬਲਾ ਫਿਰ ਚਲੇ ਜਾਂਦੀ ਏ। ਇਹ ਭੂਤਨੀ, ਇਹ ਚੜੇਲ ਟਲ ਜਾਂਦੀ ਏ। ਤੇ ਜਦੋਂ ਇਸ ਚੜੇਲ ਦੀ ਗ੍ਰਿਫਤ ਚੋਂ, ਪੰਜੇ ਤੋਂ ਜੀਵ ਦਾ ਹਿਰਦਾ ਆਜ਼ਾਦ ਹੁੰਦਾ ਹੈ ਨਾ, ਫਿਰ ਖੇਮ ਭਇਆ ਕੁਸਲ ਕਰ ਆਏ। ਫਿਰ ਤਿਸ ਨੂੰ ਖੇਮ ਸੁਖ ਪ੍ਰਾਪਤ, ਆਤਮ ਸੁਖ ਪ੍ਰਾਪਤ ਹੁੰਦਾ ਹੈ ਤੇ ਸਹਿਤ ਆਨੰਦ ਦੇ ਸਰੂਪ ਰੂਪ ਘਰ ਨੂੰ ਪ੍ਰਾਪਤ ਕਰਨਾ ਕਰਦਾ ਹੈ। ਇਸ ਪ੍ਰਕਾਰ ਰਹਾਉ ਵਾਲੀ ਪੰਕਤੀ ਤੋਂ ਅਰਥ ਸ਼ੁਰੂ ਹੋਵੇਗਾ। ਤੇ ਜੋ ਗੁਰਸਿੱਖਾਂ ਦੇ ਮਨ ਦੇ ਫੁਰਨੇ ਨੇ ਸੱਚੇ ਪਾਤਸ਼ਾਹ, ਸਾਡੇ ਜਿਹੜੇ ਪਾਪ ਇਤਿਆਦਿਕ ਕਰਮ ਨੇ ਇਹ ਕਿਵੇਂ ਮਿਟ ਜਾਣ, ਸਾਨੂੰ ਆਨੰਦ ਪ੍ਰਾਪਤ ਕਿਵੇਂ ਹੋਵੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਨੇ। ਸ਼ੁਰੂ ਤੋਂ ਸ਼ਬਦ ਨੂੰ ਪੜ੍ਹੀਏ ਜੀ। ਉਦਮ ਕਰਤ ਸੀਤਲ ਮਨ ਭਏ। ਹੇ ਪਿਆਰਿਓ, ਇਹ ਪਾਪਾਂ ਦੀ ਅੱਗ ਦੇ ਨਾਲ, ਵਿਕਾਰਾਂ ਦੀ ਤਪਸ਼ ਦੇ ਨਾਲ ਹਰ ਵੇਲੇ ਜਿਹੜਾ ਤਪਦਾ ਰਹਿਣ ਵਾਲਾ ਮਨ ਹੈ ਨਾ, ਇਹ ਸੀਤਲ ਹੁੰਦਾ ਹੈ ਜਦੋਂ ਉਦਮ ਕਾਹਦਾ ਕਰਨਾ ਹੈ ਜੀ? ਸਾਧ ਸੰਗਤ ਵਿੱਚ ਆਉਣ ਦਾ। ਕਿਉਂਕਿ ਭੇਟਤ ਸਾਧ ਸੰਗ ਗਈ ਬਲਾਏ। ਉਦਮ ਕਰਨਾ ਹੈ। ਮਨ ਮਹਿ ਚਿਤਵਾਉ ਚਿਤਵਨੀ, ਉਦਮ ਕਰੋ ਉਠਨੀਤ। ਅਕਸਰ ਜਗਿਆਸੂ ਜਨ ਸਵਾਲ ਕਰਦੇ ਨੇ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ, ਜੀਵ ਦੇ ਹੱਥ ਵੱਸ ਕੁਝ ਹੈ ਹੀ ਨਹੀਂ, ਤੇ ਫਿਰ ਜੀਵ ਨੂੰ ਦੁੱਖ ਕਿਉਂ ਮਿਲਦਾ ਹੈ? ਪਾਪ ਕਰਮਾਂ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਨਰਕਾਂ ਦਾ ਦੁੱਖ ਜੀਵ ਨੂੰ ਭੋਗਣਾ ਕਿਉਂ ਪੈਂਦਾ ਜਦੋਂ ਇਸ ਦੇ ਹੱਥ ਹੈ ਹੀ ਕੁਛ ਨਹੀਂ? ਮਾਨਸ ਕਾ ਕਿਛ ਨਾਹੀ ਹਾਥ। ਜਦੋਂ ਬੰਦੇ ਦੇ ਹੱਥ ਕੁਛ ਹੈ ਹੀ ਨਹੀਂ, ਤੁਰ ਦਰਗਾਹ ਤੋਂ ਲਿਖੇ ਹੋਏ ਲੇਖ ਹੀ ਇਸ ਨੇ ਭੋਗਣੇ ਨੇ ਤੇ ਕਰਨੇ ਨੇ, ਉਹਨਾਂ ਅਨੁਸਾਰ ਕਰਮ ਕਰਨਾ ਹੈ। ਫਿਰ ਜੀਵ ਦੀ ਤੇ ਮਰਜ਼ੀ ਕੋਈ ਨਾ ਹੋਈ, ਫਿਰ ਮਰਜ਼ੀ ਤੇ ਵਾਹਿਗੁਰੂ ਜੀ ਦੀ ਹੈ। ਤੇ ਜੇ ਵਾਹਿਗੁਰੂ ਜੀ ਦੀ ਮਰਜ਼ੀ ਦੇ ਨਾਲ ਹੀ ਸਾਰੇ ਪਾਪ ਕਰਮ ਜੀਵ ਨੇ ਕੀਤੇ ਨੇ, ਫਿਰ ਜੀਵ ਨੂੰ ਦੁੱਖ ਕਿਉਂ ਮਿਲਦਾ ਹੈ? ਕਿਉਂਕਿ ਇਹਦੇ ਹੱਥ ਵਿੱਚ ਕੁਝ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਚੋਂ ਹੀ ਸਾਰੇ ਸ਼ੰਕੇ ਤੇ ਸਵਾਲਿਆਂ ਦੇ ਜਵਾਬ ਮਿਲਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਿਖਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਵਾਸਾਂ ਦੀ ਪੂੰਜੀ ਦੇ ਕਰਕੇ ਨਾਮ ਰੂਪੀ ਲਾਹਾ ਪ੍ਰਾਪਤ ਕਰਨ ਵਾਸਤੇ ਤੈਨੂੰ ਦੁਨੀਆ ਤੇ ਭੇਜਿਆ, ਤੇ ਨਾਲ ਇੱਕ ਬਰਕਤ ਤੇਰੇ ਹਿਰਦੇ ਵਿੱਚ ਪਾਈ ਹੈ। ਉਸ ਬਰਕਤ ਦਾ ਨਾਮ ਹੈ ਉਦਮ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤਾਂ ਹੀ ਫਰਮਾਨ ਕਰਦੇ ਨੇ ਨਾ, ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਹੁਣ ਜੀਵ ਦੇ ਮਨ ਦੀ ਭਾਵਨਾ ਹੈ, ਉਸ ਨੇ ਆਲਸੀ ਹੋ ਕਰਕੇ ਅੰਮ੍ਰਿਤ ਵੇਲਾ ਸੌਂ ਕੇ ਲੰਘਾ ਦੇਣਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਤੇ ਜਿਹੜੇ ਗੁਰਮੁਖ ਨੇ ਸਤਿਗੁਰੂ ਜੀ ਦੇ ਬਚਨਾਂ ਤੇ ਭਾਵਨਾ ਹੈ, ਤੇ ਉਹ ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਉਦਮ ਬਖਸ਼ਿਆ ਹੈ। ਇਸੇ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਮਨ ਮਹਿ ਚਿਤਵਾਉ ਚਿਤਵਨੀ, ਉਦਮ ਕਰੋ ਉਠ ਨੀਤ। ਮਨ ਦੇ ਵਿੱਚ ਸਦਾ ਨਾਮ ਦੀ ਚਿਤਵਨੀ ਰੱਖਣੀ ਹੈ। ਅੰਮ੍ਰਿਤ ਵੇਲੇ ਜਾਗਣਾ ਹੈ ਤੇ ਉਦਮ ਕਰਕੇ ਉੱਠਣਾ, ਇਸ਼ਨਾਨ ਕਰਨਾ ਤੇ ਫਿਰ ਨਾਮ ਦੇ ਵਿੱਚ ਜੁੜ ਜਾਣਾ। ਸਤਿਗੁਰੂ ਜੀ ਨੇ ਉਦਮ ਬਖਸ਼ਿਆ ਹੈ। ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਇੱਥੇ ਵੀ ਵਚਨ ਕਰਨਾ ਕਰਦੇ ਨੇ, ਜਿਹੜਾ ਜੀਵ ਹੈ ਨਾ, ਉਦਮ ਕਰਨਾ ਕਰੇ ਸਾਧ ਸੰਗਤ ਵਿੱਚ ਆਉਣ ਦਾ, ਉਦਮ ਕਰਕੇ ਸਤ ਸੰਗਤ ਦੇ ਵਿੱਚ ਪਹੁੰਚ ਜਾਣਾ ਕਰੇ। ਆਲਸ ਨੂੰ ਛੱਡ ਦੇਵੇ, ਮਨ ਦੇ ਬੁਰੇ ਸੰਕਲਪਾਂ ਨੂੰ ਤਿਆਗ ਦੇਵੇ, ਨੀਂਦ ਦਾ ਮੋਹ ਤਿਆਗ ਦੇਵੇ, ਤੇ ਅੰਮ੍ਰਿਤ ਵੇਲੇ ਉੱਠ ਕਰਕੇ ਸਿਮਰਨ ਭਜਨ ਬੰਦਗੀ ਕਰੇ, ਨਿਤਨੇਮ ਕਰੇ, ਤੇ ਫਿਰ ਉਦਮ ਕਰਕੇ ਚੱਲ ਕੇ ਸਾਧ ਸੰਗਤ ਵਿੱਚ ਆ ਜਾਵੇ, ਤੇ ਫਿਰ ਇਹ ਵੱਡੀ ਭਾਰੀ ਦਾਤ ਮਿਲਦੀ ਏ। ਮਨ ਜਿਹੜਾ ਹੈ ਉਹ ਸੀਤਲਤਾ ਨੂੰ ਪ੍ਰਾਪਤ ਕਰਦਾ ਹੈ। ਜਿਸ ਪ੍ਰਕਾਰ ਜੰਗਲ ਦੇ ਵਿੱਚ ਅੱਗ ਲੱਗੀ ਹੋਵੇ, ਬਹੁਤ ਸਾਰੇ ਦਰਖਤ ਇਤਿਆਦਿਕ ਬਨਸਪਤੀ ਸੜ ਕੇ ਸਵਾਹ ਹੋ ਜਾਂਦੀ ਏ, ਤੇ ਬਹੁਤ ਸਾਰੇ ਜਿਹੜੇ ਜਾਨਵਰ ਨੇ ਸਾਧ ਸੰਗਤ ਜੀ ਅੱਗ ਦੇ ਵਿੱਚ ਝੁਲਸ ਕਰਕੇ ਸੜ ਕੇ ਮਰ ਜਾਂਦੇ ਨੇ। ਪਰ ਜਿਹੜੇ ਹੁਸ਼ਿਆਰ ਹੁੰਦੇ ਨੇ, ਹਿਰਨ ਇਤਿਆਦਿਕ ਉਦਮ ਕਰਦੇ ਨੇ ਤੇ ਦੌੜ ਕਰਕੇ ਆ ਕਰਕੇ ਨਦੀ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ।
ਜਿਹੜੀ ਅੱਗ ਦੀ ਤਪਸ਼ ਸਰੀਰ ਨੂੰ ਲੱਗੀ ਹੁੰਦੀ ਏ ਉਸ ਤੋਂ ਵੀ ਸੀਤਲਤਾ ਮਿਲਦੀ ਏ, ਨਦੀ ਦੇ ਪਾਣੀ ਦੇ ਨਾਲ ਸਰੀਰ ਨੂੰ ਠੰਡਕ ਮਿਲਦੀ ਏ, ਤੇ ਫਿਰ ਜੰਗਲ ਦੀ ਅੱਗ ਦੇ ਸੇਕ ਤੋਂ ਬਚ ਜਾਂਦੇ ਨੇ, ਸੜਨ ਤੋਂ ਬਚ ਜਾਂਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਜਿਹੜਾ ਸੰਸਾਰ ਹੈ ਇਹ ਜੰਗਲ ਹੈ। ਕਿਰਪਾ ਕਰ ਬਨਵਾਰੀਆ, ਬਨ ਤੋਂ ਭਾਵ ਹੈ ਜੰਗਲ ਤੇ ਵਾਰੀਆ ਤੋਂ ਭਾਵ ਹੈ ਮਾਲਕ। ਸੰਸਾਰ ਰੂਪੀ ਜੰਗਲ ਦੇ ਮਾਲਕ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਲਟਾਲਟ ਅੱਗ ਪਈ ਮੱਚਦੀ ਏ, ਤ੍ਰਿਸ਼ਨਾ ਵਿਕਾਰਾਂ ਦੀ ਅੱਗ ਪਈ ਮੱਚਦੀ ਏ, ਤੇ ਜਿਹੜੇ ਆਲਸੀ ਆ ਨਾ ਨਾਮ ਜਪਣ ਦਾ ਉਦਮ ਕਰਦੇ ਨਹੀਂ, ਉਹ ਤੇ ਫਿਰ ਵਿਕਾਰਾਂ ਦੀ ਅੱਗ ਵਿੱਚ ਝੁਲਸ ਕੇ ਰਿੱਝ ਕੇ ਸੜਦੇ ਨੇ, ਕੱਢਦੇ ਨੇ, ਮਰਦੇ ਨੇ, ਝੁਰਦੇ ਨੇ। ਇਹ ਵਿਕਾਰਾਂ ਦੀ ਅੱਗ ਉਹਨਾਂ ਨੂੰ ਨਹੀਂ ਛੱਡਦੀ ਹੈ। ਪਰ ਜਿਹੜੇ ਹਿਰਨ ਵਾਂਗੂ ਉਦਮੀ ਹੁੰਦੇ ਨੇ, ਜਿਵੇਂ ਹਿਰਨ ਉਦਮ ਕਰਕੇ ਦੌੜ ਕੇ ਨਦੀ ਵਿੱਚ ਪ੍ਰਵੇਸ਼ ਕਰ ਲੈਂਦਾ ਨਾ, ਤੇ ਸਾਧ ਸੰਗਤ ਜੀ ਜਿਹੜੇ ਉਦਮ ਕਰਦੇ ਨੇ ਇਹ ਕਿਹੜੀ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਰੂਪੀ ਨਦੀ ਵਿੱਚ ਆ ਕਰਕੇ ਪ੍ਰਵੇਸ਼ ਕਰ ਦਿੰਦੇ ਨੇ। ਕਲ ਤਾਤੀ ਠੰਡਾ ਹਰ ਨਾਓ, ਸਤ ਸੰਗਤ ਦੇ ਅੰਦਰ ਐਸਾ ਠੰਡਾ ਨਾਮ ਸਤਿਗੁਰੂ ਜੀ ਦਾ ਵਰਤਾਰਾ ਵਰਤ ਰਿਹਾ ਹੈ, ਇਹ ਤਪਦੇ ਹਿਰਦਿਆਂ ਨੂੰ ਸੀਤਲਤਾ ਹੀ ਬਖਸ਼ਦਾ ਹੈ, ਹਿਰਦੇ ਠੰਡੇ ਠਾਰ ਹੋ ਜਾਂਦੇ ਨੇ। ਇਸ ਪ੍ਰਕਾਰ ਇਹ ਦਾਤ ਕਿਹਨਾਂ ਨੂੰ ਮਿਲਦੀ ਹੈ? ਉਦਮ ਕਰਤ, ਜਿਨ੍ਹਾਂ ਨੇ ਉਦਮ ਕਰਕੇ ਸਤ ਸੰਗਤ ਰੂਪੀ ਭਗਤੀ ਰੂਪੀ ਨਦੀ ਦੇ ਅੰਦਰ, ਸਾਧ ਸੰਗਤ ਰੂਪੀ ਨਦੀ ਦੇ ਅੰਦਰ ਪ੍ਰਵੇਸ਼ ਕੀਤਾ ਨਾ, ਤਨ ਵੀ ਸੀਤਲ ਹੋ ਗਏ, ਮਨ ਵੀ ਸੀਤਲ ਹੋ ਗਏ, ਮਨ ਦੇ ਔਗਣ ਵਿਕਾਰ ਪਾਪ ਕੱਟੇ ਗਏ, ਤਨ ਵੀ ਨਿਰਵਿਕਾਰ ਹੋ ਗਿਆ। ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ ਪਿਆਰਿਓ, ਇਸ ਕਰਕੇ ਉਦਮ ਕਰਨਾ ਹੈ, ਤੇ ਉਦਮ ਕਰਕੇ ਸਤ ਸੰਗਤ ਦੇ ਵਿੱਚ ਆਵਣਾ ਹੈ, ਸਤ ਸੰਗਤ ਦੇ ਵਿੱਚ ਪਹੁੰਚ ਕਰਕੇ ਨਾਮ ਨੂੰ ਜਪਣਾ ਹੈ, ਤੇ ਹਿਰਦਾ ਜਿਹੜਾ ਠੰਡਾ ਠਾਰ ਹੋ ਜਾਂਦਾ। ਇਸੇ ਹੀ ਪ੍ਰਕਾਰ ਉਦਮ ਕਰਤ ਸੀਤਲ ਮਨ ਭਏ, ਜਿੱਥੇ ਜਿਹੜਾ ਹਿਰਦਾ ਹੈ ਵਿਕਾਰਾਂ ਦੀ ਤਪਸ਼ ਤੋਂ ਦੁੱਖ ਜਿਹੜਾ ਮਿਲ ਰਿਹਾ ਸੀ ਉਸ ਨੂੰ ਤਿਆਗ ਕਰਕੇ ਨਾਮ ਦੀ ਸ਼ਾਂਤੀ ਤੇ ਸੁੱਖ ਪ੍ਰਾਪਤ ਕਰਦਾ ਹੈ ਨਾ, ਹਿਰਦਾ ਨਾਮ ਦੀ ਸੀਤਲਤਾ ਦੇ ਨਾਲ ਪਾਪਾ ਰੂਪੀ ਜੜਤਾ ਨੂੰ ਵੀ ਹਰ ਲੈਂਦਾ ਹੈ। ਜਿਹੜੇ ਪਾਪ ਇਤਿਆਦਿਕ ਕਰਮ ਨੇ ਜਿਨ੍ਹਾਂ ਨੇ ਦੁਖਦਾਈ ਫਲ ਦੇਣੇ ਸਨ, ਔਖੀ ਘੜੀ ਨਾ ਦੇਖਣ ਦੇਈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਫਿਰ ਸ਼ਰਨ ਵਿੱਚ ਆਉਣ ਵਾਲਿਆਂ ਦੇ ਉੱਪਰ ਐਸੀ ਕਿਰਪਾ ਕੀਤੀ, ਸਤ ਸੰਗਤ ਵਿੱਚ ਆਉਣ ਵਾਲਿਆਂ ਦੇ ਉੱਪਰ ਐਸੀ ਕਿਰਪਾ ਕੀਤੀ, ਤਿੰਨਾਂ ਨੂੰ ਔਖੀ ਘੜੀ ਦੁੱਖ ਦੀ ਘੜੀ ਦੇਖਣ ਹੀ ਨਹੀਂ ਦਿੱਤੀ। ਆਮ ਕਰਕੇ ਜੋ ਗਿਆਸੂ ਪਾਠ ਕਰ ਲੈਂਦੇ ਨੇ, ਔਖੀ ਘੜੀ ਨਾ ਦੇਖਣ ਦੇਈ। ਦੇਈ ਤੋਂ ਭਾਵ ਹੁੰਦਾ ਮਹਾਰਾਜ ਜੀ ਸਾਨੂੰ ਔਖੀ ਘੜੀ ਦੇਖਣ ਨਾ ਦਿਓ। ਪਰ ਜਿਹੜਾ ਸ਼ੁੱਧ ਪਾਠ ਹੈ ਦੱਦੇ ਲਾਂ ਈੜੀ ਬਿਹਾਰੀ ਦੇਈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਆਪਣੇ ਪਿਆਰਿਆਂ ਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੱਤੀ, ਔਖੀ ਘੜੀ ਉਹਨਾਂ ਤੇ ਘਟਣ ਹੀ ਨਹੀਂ ਦਿੱਤੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ, ਪਾਪਾਂ ਦੀ ਤਪਸ਼ ਚੋਂ ਰੱਖ ਲੈਂਦੇ ਨੇ, ਮਾਇਆ ਦੀ ਤਪਸ਼ ਚੋਂ ਰੱਖ ਲੈਂਦੇ ਨੇ, ਵਿਕਾਰਾਂ ਦੀ ਤਪਸ਼ ਚੋਂ ਰੱਖ ਲੈਂਦੇ ਨੇ। ਉਹਨਾਂ ਦੇ ਜਿਹੜੇ ਹਿਰਦੇ ਨੇ ਨਾਮ ਦੀ ਠੰਡਕ ਨੂੰ ਪ੍ਰਾਪਤ ਕਰਦੇ ਨੇ। ਜੀ ਨਾਮ ਦੀ ਠੰਡਕ ਕੈਸੀ ਹੈ? ਚੰਦ ਵਰਗੀ ਹੋਵੇਗੀ, ਜਿਵੇਂ ਚੰਦਰਮਾ ਠੰਡਾ ਗਿਣਿਆ ਜਾਂਦਾ ਹੈ, ਬਾਵਨ ਚੰਦਨ ਬੜਾ ਠੰਡਾ ਗਿਣਿਆ ਜਾਂਦਾ ਹੈ। ਪੀਸ ਕਰਕੇ ਉਬਲਦੇ ਕੜਾਹੇ ਵਿੱਚ ਇੱਕ ਚੁਟਕੀ ਪਾ ਦਈਏ ਤੇ ਤੇਲ ਦਾ ਕੜਾਹਾ ਠੰਡਾ ਹੋ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਵੇਂ ਕਿ ਚੰਦ ਠੰਡਾ ਹੈ, ਬਾਵਨ ਚੰਦਨ ਠੰਡਾ ਹੈ, ਪਰ ਨਾਮ ਦੀ ਠੰਡਕ ਸੀਤਲਤਾਈ ਸ਼ਾਂਤੀ ਦੇ ਸਦਰਸ਼ ਇਹ ਵੀ ਨਹੀਂ ਪੁੱਜਦੇ। ਚੰਦਨ ਚੰਦ ਨਾ ਸਰਦ ਰੁੱਤ, ਸਿਆਲੇ ਦੀ ਰੁੱਤ ਵੀ ਓਨੀ ਠੰਡੀ ਨਹੀਂ। ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਸਾਧ ਸੰਗਤ ਦੇ ਵਿੱਚ ਆ ਕਰਕੇ ਨਾਮ ਨੂੰ ਜਪਦਾ ਹੈ ਤੇ ਸਾਰਿਆਂ ਦੇ ਨਾਲੋਂ ਸਰਬ ਸ੍ਰੇਸ਼ਟ ਜਿਹੜੀ ਸੀਤਲਤਾ ਮਨ ਦੀ ਠੰਡਕ ਹੈ ਉਹ ਇਸ ਨੂੰ ਪ੍ਰਾਪਤ ਹੁੰਦੀ ਹੈ। ਹਿਰਦਾ ਇਸ ਦਾ ਸੀਤਲ ਹੋ ਜਾਂਦਾ ਹੈ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਕਾਗਰ ਹੋ ਜਾਂਦਾ ਹੈ, ਸਦੀਵ ਕਾਲ ਦੀ ਸ਼ਾਂਤੀ ਅਰਥਾਤ ਸੁਖ ਨੂੰ ਪਾਉਂਦਾ ਹੈ। ਮਾਰਗ ਚਲਤ ਸਗਲ ਦੁੱਖ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਸਾਡੇ ਦੁੱਖ ਨੇ ਇਹਨਾਂ ਦੀ ਨਿਵਰਤੀ ਕਿਵੇਂ ਹੋਵੇ? ਤੇ ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਨੇ, ਪਿਆਰਿਓ ਜਦੋਂ ਕੋਈ ਪਿਆਰਾ ਜਗਿਆਸੂ ਜਨ ਸਤ ਸੰਗਤ ਦੇ ਰਸਤੇ ਤੇ ਚੱਲਦਾ ਹੈ ਨਾ, ਸਾਧ ਸੰਗਤ ਦੇ ਰਸਤੇ ਚੱਲਦਾ ਹੈ, ਤੇ ਪਰਉਪਕਾਰੀ ਸਤਿਗੁਰੂ ਜੀ ਕਿਰਪਾ ਕਰਦੇ ਨੇ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ। ਕਰੋੜਾ ਕਦਮ ਅੱਗੋਂ ਲੈਣ ਵਾਸਤੇ ਆਉਂਦੇ ਨੇ ਰੂਹਾਨੀਅਤ ਦੇ ਮਾਰਗ ਤੇ। ਤੇ ਇਸ ਪ੍ਰਕਾਰ ਜਿਹੜੇ ਸਤ ਸੰਗਤ ਰੂਪੀ ਰਸਤੇ ਦੇ ਉੱਪਰ ਚੱਲਣਾ ਕਰਦੇ ਨੇ, ਸਤਿਗੁਰੂ ਜੀ ਦੀ ਐਸੀ ਨਜ਼ਰ ਤਿੰਨਾਂ ਤੇ ਹੋ ਜਾਂਦੀ ਹੈ, ਤਿੰਨਾਂ ਦੇ ਸਾਰੇ ਜਿਹੜੇ ਦੁੱਖ ਜਨ ਦਰਦ ਕਲੇਸ਼ ਨੇ ਉਹ ਚਲੇ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ।
ਤੇ ਜੇ ਕੋਈ ਸਵਾਲ ਕਰੇ ਸੱਚੇ ਪਾਤਸ਼ਾਹ, ਦੁਨੀਆ ਦੇ ਅੰਦਰ ਦੇਖਿਆ ਜਾਂਦਾ ਜਿਹੜੇ ਸਤ ਸੰਗਤ ਵਿੱਚ ਜਾਂਦੇ ਨੇ ਬਿਮਾਰ ਤੇ ਉਹ ਵੀ ਹੁੰਦੇ ਨੇ, ਰੋਗ ਉਹਨਾਂ ਨੂੰ ਵੀ ਲੱਗਦੇ ਨੇ, ਦੁੱਖ ਤੇ ਉਹਨਾਂ ਨੂੰ ਵੀ ਲੱਗਦੇ ਨੇ। ਤੇ ਆਪ ਜੀ ਬਚਨ ਕਰਨਾ ਕਰਦੇ ਹੋ ਜਿਹੜੇ ਸਤ ਸੰਗਤ ਵਿੱਚ ਇਸ ਮਾਰਗ ਤੇ ਪ੍ਰੇਮਾ ਭਗਤੀ ਦੇ ਮਾਰਗ ਤੇ ਸਤ ਸੰਗਤ ਦੇ ਮਾਰਗ ਤੇ ਚੱਲਦੇ ਨੇ, ਉਹਨਾਂ ਦੇ ਸਾਰੇ ਦੁੱਖ ਜਨ ਰੋਗ ਚਲੇ ਜਾਂਦੇ ਨੇ। ਪਰ ਮਹਾਰਾਜ ਅਸੀਂ ਤੇ ਪ੍ਰਤੱਖ ਤੱਕਦੇ ਆ ਉਹਨਾਂ ਨੂੰ ਰੋਗ ਲੱਗਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਉਹਨਾਂ ਦੇ ਰੋਗ ਸਰੀਰ ਨੂੰ ਲੱਗਦੇ ਨੇ ਪਰ ਮਨ ਉਹਨਾਂ ਰੋਗਾਂ ਦਾ ਦੁੱਖਾਂ ਦਾ ਪ੍ਰਭਾਵ ਹੀ ਕਬੂਲ ਨਹੀਂ ਕਰਦਾ। ਜਦੋਂ ਸਰੀਰ ਤੇ ਕੋਈ ਰੋਗ ਆਉਂਦਾ ਤੇ ਮਨ ਬੜਾ ਵਿਆਕੁਲ ਹੁੰਦਾ ਹੈ, ਆਮ ਜਨ ਸਾਧਾਰਨ ਦਾ ਮਨ ਬੜਾ ਦੁਖੀ ਹੁੰਦਾ, ਕਲਪ ਜਾਂਦਾ ਹੈ। ਤੇ ਜੇ ਬਜ਼ੁਰਗ ਦੇ ਸਰੀਰ ਤੇ ਰੋਗ ਹੋਵੇ ਤੇ ਪੁੱਤ ਪੋਤਿਆਂ ਨੂੰ, ਨੋਹਾਂ ਪੁੱਤਾਂ ਨੂੰ ਖਿੱਚ ਖਿੱਚ ਕੇ ਪੈਂਦਾ ਹੈ। ਪਰ ਸਤਿਗੁਰੂ ਜੀ ਬਚਨ ਕਰਦੇ ਨੇ ਜਿਹੜਾ ਨਾਮ ਦਾ ਰਸੀਆ ਹੈ, ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣ ਵਾਲਾ ਹੈ, ਸਰੀਰ ਤੇ ਰੋਗ ਆ ਵੀ ਜਾਵੇ ਤੇ ਮਨ ਕਰਕੇ ਐਸੀ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਰਹਿੰਦੇ ਨੇ। ਉਹ ਦੁੱਖ ਉਹਨਾਂ ਦੇ ਹਿਰਦੇ ਨੂੰ ਦੁਖੀ ਨਹੀਂ ਕਰਦਾ, ਮਨ ਨੂੰ ਦੁਖੀ ਨਹੀਂ ਕਰਦਾ। ਕੇਵਲ ਤਾਂ ਕੇਵਲ ਸਰੀਰ ਮਾਤਰ ਤੇ ਆਇਆ ਹੈ। ਇਹ ਸਰੀਰ ਦਾ ਰੋਗ ਕਿਵੇਂ ਹੈ? ਜਿਵੇਂ ਕੋਈ ਮਨੁੱਖ ਹੈ ਤੇ ਮਕਾਨ ਦੇ ਅੰਦਰ ਬੈਠਾ ਹੈ। ਹੁਣ ਬਾਹਰੋਂ ਸਿਖਰ ਦੁਪਹਿਰ ਹੈ, ਜਿੱਥੇ ਧੁੱਪ ਸਭਨਾਂ ਦੇ ਪਸੀਨੇ ਕੱਢਦੀ ਹੈ, ਜਿਹੜਾ ਇਮਾਰਤ ਦੇ ਅੰਦਰ ਮਕਾਨ ਦੇ ਅੰਦਰ ਬੈਠਾ ਹੈ, ਸੂਰਜ ਦੀਆਂ ਸਿੱਧੀਆਂ ਕਿਰਨਾਂ ਜਿਹੜੀ ਧੁੱਪ ਹੈ ਉਸ ਨੂੰ ਨਹੀਂ ਪਾਉਂਦੀ ਹੈ, ਉਸ ਤਪਸ਼ ਤੋਂ ਬਚ ਜਾਂਦਾ ਹੈ। ਸਿਆਲੇ ਦੀ ਰੁੱਤ ਹੋਵੇ, ਬਾਹਰ ਠੱਕਾ ਚੱਲਦਾ ਹੋਵੇ, ਠੰਡੀਆਂ ਹਵਾਵਾਂ ਚੱਲਦੀਆਂ ਹੋਣ, ਪਰ ਜਿਹੜਾ ਇਮਾਰਤ ਦੇ ਅੰਦਰ ਬੈਠਾ ਹੈ ਉਹ ਠੰਡੀਆਂ ਹਵਾਵਾਂ ਇਮਾਰਤ ਤੇ ਰੁਕ ਜਾਂਦੀਆਂ, ਅੰਦਰ ਬੈਠੇ ਇਨਸਾਨ ਤੇ ਨਹੀਂ ਪੁੱਜਦੀਆਂ। ਇਸ ਪ੍ਰਕਾਰ ਉਹ ਠੰਡੀਆਂ ਹਵਾਵਾਂ ਤੋਂ, ਤੱਤੀਆਂ ਲੋਆਂ ਤੋਂ ਬਚ ਜਾਂਦਾ ਹੈ, ਹਨੇਰੀਆਂ ਝਖੜਾਂ ਤੋਂ ਬਚ ਜਾਂਦਾ ਹੈ, ਗੜੇ ਮਾਰ ਤੋਂ ਬਚ ਜਾਂਦਾ ਹੈ, ਬਾਰਿਸ਼ ਤੋਂ ਬਚ ਜਾਂਦਾ ਹੈ। ਉਹ ਕੇਵਲ ਤਾਂ ਕੇਵਲ ਇਮਾਰਤ ਤੇ ਪੈਂਦੀਆਂ ਨੇ। ਜਿਹੜਾ ਅੰਦਰ ਬੈਠਾ ਇਨਸਾਨ ਉਹਨਾਂ ਤੇ ਬਹੁਤਾ ਅਸਰ ਨਹੀਂ ਹੁੰਦਾ। ਇਸੇ ਪ੍ਰਕਾਰ ਜਿਸਨੇ ਹਿਰਦੇ ਅਸਥਾਨ ਦੇ ਅੰਦਰ ਸਰੂਪ ਰੂਪ ਦੀ ਪ੍ਰਾਪਤੀ ਕਰ ਲਈ, ਮਨ ਕੋਠਾ ਤਨ ਛੱਤ, ਇਹ ਜਿਹੜਾ ਸਰੀਰ ਮਕਾਨ ਦੀ ਨਿਆਈ ਹੈ ਤੇ ਜੀਵ ਆਤਮਾ ਤੇ ਸਾਧ ਸੰਗਤ ਜੀ ਅੰਦਰ ਹਿਰਦੇ ਰੂਪੀ ਮੁਕਾਮ ਸਥਾਨ ਤੇ ਬੈਠਾ ਨਾ। ਹੁਣ ਸਰੀਰ ਤੇ ਰੋਗ ਆਉਂਦਾ ਹੈ, ਸਰੀਰ ਤੇ ਬਿਮਾਰੀ ਆਉਂਦੀ ਹੈ, ਸਰੀਰ ਨੂੰ ਕਸ਼ਟ ਆਉਂਦਾ ਹੈ। ਜਿਵੇਂ ਇਮਾਰਤ ਦੇ ਅੰਦਰ ਬੈਠਾ ਮਨੁੱਖ ਸੋਖੀ ਪਾਉਂਦਾ ਹੈ, ਜਿਹੜਾ ਸਰੂਪ ਰੂਪ ਦੇ ਅੰਦਰ ਅਭੇਦਤਾ ਪ੍ਰਾਪਤ ਕਰ ਲਿਆ ਉਹ ਸੋਖੀ ਪਾਉਂਦਾ ਹੈ। ਉਸ ਨੂੰ ਤਨ ਦੇ ਦੁੱਖ ਵੀ ਦੁੱਖ ਨਹੀਂ ਦਿੰਦੇ, ਤਨ ਦੇ ਰੋਗ ਵੀ ਦੁੱਖ ਨਹੀਂ ਦਿੰਦੇ। ਇਸ ਪ੍ਰਕਾਰ ਉਹ ਸੁੱਖ ਸਰੂਪ ਵਿੱਚ ਸਮਾ ਕਰਕੇ ਸੁੱਖ ਨੂੰ ਹੀ ਪ੍ਰਾਪਤ ਕਰਦਾ ਹੈ, ਉਸ ਨੂੰ ਤੇ ਦੁੱਖ ਲੱਗਦਾ ਹੀ ਨਹੀਂ। ਐਸੇ ਬੇਅੰਤ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੋ ਜਾਂਦੇ ਨੇ। ਜੀ ਕੀ ਹਾਲ ਸਰੀਰ ਦਾ? ਕਹਿੰਦੇ ਸਰੀਰ ਤੇ ਕਾਲ ਦਾ ਗਰਾਸ ਅੱਜ ਨਹੀਂ ਤੇ ਕੱਲ ਬਿਨਸਣਾ ਹੀ ਹੈ, ਪਰ ਸਤਿਗੁਰੂ ਜੀ ਦੀ ਕਿਰਪਾ ਮਨ ਚੜ੍ਹਦੀ ਕਲਾ ਵਿੱਚ ਹੈ, ਮਨ ਨੂੰ ਕੋਈ ਦੁੱਖ ਨਹੀਂ, ਮਨ ਨੂੰ ਕੋਈ ਖੇਦ ਨਹੀਂ। ਤੇ ਜਦੋਂ ਮਨ ਦੇ ਦੁੱਖ ਨੂੰ ਦੁੱਖ ਮੰਨਿਆ ਹੀ ਨਹੀਂ ਤੇ ਫਿਰ ਦੁੱਖ ਹੈ ਕਾਹਦਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਜਿਹੜੇ ਉਦਮ ਕਰਕੇ ਸਤ ਸੰਗਤ ਰੂਪੀ ਮਾਰਗ ਤੇ ਚੱਲਦੇ ਨੇ, ਭਗਤੀ ਰੂਪੀ ਮਾਰਗ ਤੇ ਚੱਲਦੇ ਨੇ, ਪ੍ਰੇਮਾ ਭਗਤੀ ਕਰਦੇ ਨੇ, ਉਹਨਾਂ ਦੇ ਮਨ ਦੇ ਉੱਪਰੋਂ ਦੁੱਖਾਂ ਦਾ ਸਾਰਾ ਪ੍ਰਭਾਵ ਚਲਿਆ ਜਾਂਦਾ ਹੈ। ਦੁੱਖ ਜਨ ਦਰਦ ਕਲੇਸ਼ ਚਲੇ ਜਾਂਦੇ ਹਨ। ਇਸੇ ਹੀ ਪ੍ਰਕਾਰ ਮਾਰਗ ਚਲਤ ਸਗਲ ਦੁੱਖ ਗਏ। ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦਿਆਂ, ਸਤ ਸੰਗਤ ਸਾਧ ਸੰਗਤ ਰੂਪੀ ਮਾਰਗ ਤੇ ਚੱਲਦਿਆਂ, ਉਹਨਾਂ ਦੇ ਜੰਮਣ ਮਰਨ ਦੇ ਸਾਰੇ ਦੁੱਖ, ਨਰਕ ਇਤਿਆਦਿਕਾਂ ਦੇ ਸਾਰੇ ਦੁੱਖ ਗਏ, ਨਾਸ਼ ਹੋ ਗਏ। ਕਿਸੇ ਪ੍ਰਕਾਰ ਦੀ ਚਿੰਤਾ ਇਤਿਆਦਿਕ ਤਿੰਨਾਂ ਨੂੰ ਨਹੀਂ ਰਹਿ ਗਈ। ਕਿਸੇ ਪ੍ਰਕਾਰ ਦੇ ਦੁੱਖ ਭੋਗਣ ਵਾਲੇ ਉਹਨਾਂ ਦੇ ਨਹੀਂ ਰਹਿ ਗਏ ਹਨ। ਵਾਹਿਗੁਰੂ ਜੀ ਨੇ ਕਿਰਪਾਲਤਾ ਕਰਕੇ ਸਾਰਿਆਂ ਤੋਂ ਨਿਵਰਤੀ ਕਰ ਦਿੱਤੀ। ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ। ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਕੋਈ ਲੇਖਾ ਨਹੀਂ ਪੁੱਛਦਾ, ਕਿਉਂਕਿ ਵਾਹਿਗੁਰੂ ਜੀ ਨੇ ਤਿੰਨਾਂ ਨੂੰ ਬਖਸ਼ ਲਿਆ ਹੈ। ਮਹਾਰਾਜ ਫਿਰ ਇਸ ਪ੍ਰੇਮਾ ਭਗਤੀ ਦੇ ਮਾਰਗ ਤੇ, ਸਤ ਸੰਗਤ ਰੂਪੀ ਮਾਰਗ ਤੇ ਸਾਰੇ ਕਿਉਂ ਨਹੀਂ ਚੱਲ ਪੈਂਦੇ? ਸਾਰੇ ਹੀ ਸੁਖੀ ਹੋ ਜਾਣ, ਸਾਰੇ ਹੀ ਨਰਕਾਂ ਤੋਂ ਬਚ ਜਾਣ। ਤੇ ਹਜ਼ੂਰ ਫਰਮਾਉਂਦੇ ਕੋਈ ਏਡਾ ਸੌਖਾ ਕੰਮ ਥੋੜਾ ਜਿਹੜਾ ਸਾਰੇ ਹੀ ਕਰ ਲੈਣਗੇ। ਇਹ ਕੋਈ ਬੱਚਿਆਂ ਦੀ ਖੇਡ ਥੋੜਾ ਜਿਹੜਾ ਸਾਰੇ ਹੀ ਕਰ ਲੈਣਗੇ। ਇਹ ਤਾਂ ਚਾਲ ਨਿਰਾਲੀ, ਭਗਤਾ ਹਕੇਰੀ, ਬੇਖਮ ਮਾਰਗ ਚੱਲਣਾ, ਸਤ ਸੰਗਤ ਰੂਪੀ ਮਾਰਗ ਤੇ ਚੱਲਣਾ, ਉਪਦੇਸ਼ਾਂ ਨੂੰ ਸ਼ਰਵਣ ਕਰਨਾ, ਹਿਰਦੇ 'ਚ ਮੰਨ ਕੇ ਕਮਾਈ ਕਰਨੀ ਛੋਟੀ ਖੇਡ ਨਹੀਂ ਹੈ ਕੋਈ। ਇਹ ਤਾਂ ਬਿਖਮ ਮਾਰਗ ਹੈ, ਅਤਿਅੰਤ ਔਖਾ ਮਾਰਗ ਹੈ, ਕਠਿਨ ਮਾਰਗ ਹੈ। ਇਸ ਕਰਕੇ ਸਾਰੇ ਨਹੀਂ ਚੱਲ ਪਾਉਂਦੇ। ਤੇ ਜਿਹੜੇ ਯਤਨ ਕਰਕੇ ਫਿਰ ਚੱਲ ਲੈਂਦੇ ਨੇ, ਉਦਮ ਕਰਕੇ ਚੱਲ ਪੈਂਦੇ ਨੇ, ਵਾਹਿਗੁਰੂ ਜੀ ਬਰਕਤ ਪਾ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ, ਆਪਣਾ ਬਣਾ ਕੇ ਰੱਖ ਲੈਂਦੇ ਨੇ। ਸਾਰੇ ਦੁੱਖ ਜਨ ਦਰਦ ਕਲੇਸ਼ ਤਿੰਨਾਂ ਦੇ ਮਿਟ ਜਾਂਦੇ ਹਨ ਜੀ। ਨਾਮ ਜਪਤ ਮਨ ਭਏ ਆਨੰਦ। ਤੇ ਸਿੱਖਾਂ ਦਾ ਸਵਾਲ ਸੀ, ਸੱਚੇ ਪਾਤਸ਼ਾਹ ਮਨ ਦੇ ਕਲੇਸ਼ ਕਿਵੇਂ ਮਿਟਣ, ਮਨ ਸੁਖੀ ਕਿਵੇਂ ਹੋਵੇ?
ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਨਾਮ ਜਪਤ ਸਤ ਸੰਗਤ ਵਿੱਚ ਬੈਠ ਕਰਕੇ ਜਦੋਂ ਨਾਮ ਨੂੰ ਜਪਿਆ ਜਾਂਦਾ, ਸਤਨਾਮ ਸ੍ਰੀ ਵਾਹਿਗੁਰੂ, ਤੇ ਨਾਮ ਨੂੰ ਜਪਦਿਆਂ ਜਪਦਿਆਂ ਜਿਹੜਾ ਮਨ ਹੈ ਇਹ ਆਨੰਦ ਨੂੰ ਪ੍ਰਾਪਤ ਕਰਦਾ ਹੈ, ਮਹਾ ਆਨੰਦ ਨੂੰ ਪ੍ਰਾਪਤ ਕਰਦਾ ਹੈ। ਨਾਮ ਦੇ ਰਸੀਅਤ ਇਹ ਸਾਰਾ ਦੇਣੀ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਚਿੰਤਨ ਕਰਦੇ ਨੇ, ਪਰ ਤਾਂ ਵੀ ਸਾਧ ਸੰਗਤ ਜੀ ਹਿਰਦੇ ਦੀ ਗਹਿਰਾਈ ਦੇ ਨਾਲ ਮਹਿਸੂਸ ਕਰਕੇ ਦੇਖੋ, ਜਦੋਂ ਸਤ ਸੰਗਤ ਵਿੱਚ ਬੈਠ ਕਰਕੇ ਪਿਆਰ ਦੇ ਨਾਲ ਬੋਲਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ, ਤੇ ਜਿਹੜਾ ਅਨੁਭਵ ਸਤ ਸੰਗਤ ਦੇ ਵਿੱਚ ਹੁੰਦਾ ਨਾ, ਉਹ ਪਿਆਰ ਦਾ ਅਨੁਭਵ ਇਕੱਲਿਆਂ ਨਹੀਂ ਹੁੰਦਾ ਹੈ। ਕਿਉਂਕਿ ਸਾਰੇ ਗੁਰਮੁਖਾਂ ਦਾ ਨਾਮ ਜਪਣ ਦੇ ਨਾਲ, ਸਰਵਣ ਕਰਨੇ ਦੇ ਨਾਲ ਪ੍ਰਭਾਵ ਔਰਾ ਐਸਾ ਬਣਿਆ ਹੁੰਦਾ ਹੈ, ਕਈ ਗੁਣਾ ਵੱਧ ਮਹਾਤਮ ਮਿਲਦਾ ਹੈ, ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ, ਜ਼ਿਆਦਾ ਸੁਖ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਇਹ ਸਤ ਸੰਗਤ ਦਾ ਮਹਾਤਮ ਹੈ। ਜਿਹੜੇ ਨਾਮ ਜਪਤ ਸਤ ਸੰਗਤ ਸਾਧ ਸੰਗਤ ਦੇ ਨਾਲ ਮਿਲ ਕਰਕੇ ਨਾਮ ਜਪਦੇ ਨੇ ਨਾ, ਉਹ ਤਾਂ ਮਨ ਕਰਕੇ ਭਏ ਆਨੰਦ, ਉਹਨਾਂ ਦਾ ਮਨ ਆਨੰਦ ਸਰੂਪ ਪ੍ਰਮਾਤਮਾ ਜੀ ਦੇ ਸਿਮਰਨ ਅੰਦਰ ਲੀਨ ਹੋ ਜਾਂਦਾ ਹੈ। ਮਨ ਭਏ ਆਨੰਦ, ਮਨ ਕਰਕੇ ਵਾਹਿਗੁਰੂ ਜੀ ਦੇ ਵਿੱਚ ਅਭੇਦਤਾ ਹੀ ਪ੍ਰਾਪਤ ਕਰ ਲੈਂਦੇ ਨੇ। ਮਨ ਕਰਕੇ ਭਏ ਆਨੰਦ, ਤੇ ਇਹਨਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਲਾਪ ਹੋ ਗਿਆ ਹੈ। ਉਹ ਸਦੀਵ ਕਾਲ ਕਲਿਆਣ ਖੇਮ ਕੁਸਲ ਨੂੰ, ਆਨੰਦ ਨੂੰ, ਪ੍ਰਮਾਤਮਾ ਜੀ ਦੀ ਪ੍ਰਾਪਤੀ ਦੇ ਬ੍ਰਹਮਾਨੰਦ ਨੂੰ ਪ੍ਰਾਪਤ ਕਰਦੇ ਨੇ। ਉਹਨਾਂ ਦਾ ਹਿਰਦਾ ਨਹੀਂ ਵਿਲਕਦਾ, ਨਹੀਂ ਕਿਲਪਦਾ, ਨਹੀਂ ਲਿਉ ਕਰਦਾ ਹੈ, ਉਹ ਤਾਂ ਆਨੰਦ ਹੀ ਆਨੰਦ, ਆਨੰਦ ਹੀ ਆਨੰਦ ਵਿੱਚ ਲੀਨ ਰਹਿੰਦੇ ਨੇ। ਦੁਨੀਆ ਭਾਵੇਂ ਮੂੰਹੋਂ ਆਨੰਦ ਕਹਿੰਦੀ ਏ, ਪਰ ਕਿਸੇ ਨੂੰ ਪੁੱਛ ਕੇ ਦੇਖੋ, ਸੱਚਮੁੱਚ ਆਨੰਦ ਪ੍ਰਾਪਤ ਕੀਤਾ ਕਦੇ? ਜੇ ਨਹੀਂ ਕੀਤਾ ਤੇ ਮਿਲੇਗਾ ਕਿੱਥੋਂ? ਆਨੰਦ ਆਨੰਦ ਸਭ ਕੋ ਕਹੈ, ਕਹਿੰਦੇ ਤੇ ਭਾਵੇਂ ਸਾਰੇ ਨੇ, ਸਭਨਾਂ ਨੂੰ ਮਿਲਦਾ ਨਹੀਂ ਜੀ। ਕਿੰਨਾਂ ਨੂੰ ਮਿਲਦਾ? ਆਨੰਦ ਗੁਰੂ ਤੇ ਜਾਣਿਆ। ਜਿਨ੍ਹਾਂ ਨੇ ਆਤਮਿਕ ਆਨੰਦ ਨੂੰ ਮਾਣਿਆ ਹੈ, ਉਹ ਸਤਿਗੁਰੂ ਜੀ ਤੋਂ ਹੀ ਜਾਣਿਆ ਹੈ, ਸਤਿਗੁਰੂ ਜੀ ਤੋਂ ਹੀ ਪਾਇਆ ਹੈ। ਇਸ ਕਰਕੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਤ ਸੰਗਤ, ਸਤਿਗੁਰੂ ਜੀ ਦੇ ਪਿਆਰਿਆਂ ਦੀ ਸਾਧ ਸੰਗਤ ਵਿੱਚ ਮਿਲ ਕਰਕੇ ਜਪਿਆ ਨਾ, ਹਿਰਦੇ ਆਨੰਦ ਅਵਸਥਾ ਦੇ ਵਿੱਚ ਲੀਨ ਹੋ ਗਏ, ਅਥਵਾ ਆਨੰਦ ਸਰੂਪ ਪਰਮਾਤਮਾ ਜੀ ਦੀ ਪ੍ਰਾਪਤੀ ਵਾਲੇ ਹੋ ਗਏ। ਰਸ ਗਾਏ ਗੁਣ ਪਰਮਾਨੰਦ। ਹੇ ਸੱਚੇ ਪਾਤਸ਼ਾਹ ਜੀ, ਆਨੰਦ ਦੇ ਸਹਿਤ ਹਿਰਦਾ ਕਦੋਂ ਹੁੰਦਾ ਹੈ, ਅਥਵਾ ਆਨੰਦ ਸਰੂਪ ਪਰਮਾਤਮਾ ਜੀ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤੇ ਗਰੀਬ ਨਿਵਾਜ ਜੀ ਫਰਮਾਨ ਕਰਨਾ ਕਰਦੇ ਨੇ, ਰਸ ਗਾਏ। ਜਿਸ ਵੇਲੇ ਨਾਮ ਦੇ ਰਸੀਏ ਹੋ ਕਰਕੇ, ਨਾਮ ਚੋਂ ਰਸ ਲੈ ਲੈ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਗਾਇਨ ਕਰਨਾ ਕੀਤਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਰਸ ਦਾ ਅਰਥ ਹੈ ਪਿਆਰ। ਜਿਸ ਵੇਲੇ ਅਤਿਅੰਤ ਪਿਆਰ ਸਤਿਗੁਰੂ ਜੀ ਦੇ ਨਾਮ ਬਾਣੀ ਦਾ ਹਿਰਦੇ ਦੇ ਅੰਦਰ ਧਾਰਨ ਕਰਕੇ ਪਿਆਰ ਦੇ ਨਾਲ ਗਾਏ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕੀਤਾ ਨਾ, ਗੁਣ ਪਰਮਾਨੰਦ, ਪਰਮ ਆਨੰਦ ਸਰੂਪ ਪਰਮਾਤਮਾ ਜੀ ਦੇ ਗੁਣਾਂ ਨੂੰ ਪ੍ਰੇਮ ਨਾਲ ਗਾਇਆ, ਤੇ ਫਿਰ ਵਾਹਿਗੁਰੂ ਜੀ ਦੇ ਪਾਸੋਂ ਪਰਮ ਆਨੰਦ ਨੂੰ, ਸਾਰਿਆਂ ਦੇ ਨਾਲੋਂ ਵੱਡੇ ਭਾਰੀ ਸਰਬ ਸ੍ਰੇਸ਼ਟ ਆਨੰਦ ਨੂੰ, ਪਰਮਾਤਮਾ ਜੀ ਦੀ ਅਭੇਦਤਾ ਦੇ ਆਨੰਦ ਨੂੰ, ਤਿੰਨਾਂ ਆਤਮ ਰਸੀਆਂ ਨੇ, ਜਗਿਆਸੂਆਂ ਨੇ ਪਾਵਨਾ ਕੀਤਾ ਹੈ ਜੀ। ਖੇਮ ਭਇਆ ਕੁਸਲ ਕਰ ਆਏ। ਇਸ ਪ੍ਰਕਾਰ ਫਿਰ ਕੁਸ਼ਲ ਆਨੰਦ ਦੇ ਸਹਿਤ ਸਰੂਪ ਰੂਪੀ ਘਰ ਦੇ ਵਿੱਚ ਅੰਦਰ ਆਏ, ਤਿੰਨਾਂ ਦੀ ਸਥਿਤੀ ਹੋਈ ਹੈ। ਇਸੇ ਪ੍ਰਕਾਰ ਅੰਤਸ਼ ਰੂਪੀ ਘਰ ਦੇ ਅੰਦਰ ਤੁਰਿਆ ਪਦ ਅਵਸਥਾ ਨੂੰ ਪ੍ਰਾਪਤ ਕਰਨ ਰੂਪੀ ਘਰ ਦੇ ਵਿੱਚ ਤਿੰਨਾਂ ਨੇ ਪ੍ਰਵੇਸ਼ ਕੀਤਾ ਹੈ। ਖੇਮ ਭਇਆ, ਤਿੰਨਾਂ ਨੂੰ ਆਤਮ ਸੁਖ ਪ੍ਰਾਪਤ ਹੋਇਆ ਹੈ। ਖੇਮ ਭਇਆ, ਉਹਨਾਂ ਦੀ ਕਲਿਆਣ ਮੁਕਤੀ ਹੋਈ ਹੈ। ਖੇਮ ਭਇਆ ਕੁਸਲ ਘਰ ਆਏ। ਇਸ ਪ੍ਰਕਾਰ ਦੁਨੀਆ ਦੇ ਅੰਦਰ ਰਹਿੰਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਖੇਮ ਤਿੰਨਾਂ ਨੂੰ ਮੁਕਤੀ ਪ੍ਰਾਪਤ ਹੋਈ ਹੈ, ਤਿੰਨਾਂ ਦੀ ਕਲਿਆਣ ਹੋਈ ਹੈ, ਤੇ ਕੁਸਲ ਆਨੰਦ ਦੇ ਸਹਿਤ ਸਰੂਪ ਰੂਪੀ ਘਰ ਦੇ ਅੰਦਰ ਸਥਿਤ ਹੋਏ ਨੇ। ਵਾਹਿਗੁਰੂ ਜੀ ਦੀ ਅਭੇਦਤਾ ਨੂੰ ਪਾਵਨਾ ਕੀਤਾ ਹੈ। ਭੇਟਤ ਸਾਧ ਸੰਗ ਗਈ ਬਲਾਏ। ਤੇ ਸਾਧ ਸੰਗਤ ਮਿਲਣੇ ਦੇ ਕਾਰਨ ਤਿੰਨਾਂ ਦੀ ਮਾਇਆ ਰੂਪੀ ਬਲਾ ਚਲੀ ਗਈ। ਮਾਇਆ ਰੂਪੀ ਬਲਾ ਤਿੰਨਾਂ ਦੇ ਹਿਰਦੇ ਵਿੱਚੋਂ ਆਪਣਾ ਡੇਰਾ ਚੁੱਕ ਕੇ ਲੈ ਗਈ। ਉਹਨਾਂ ਦੇ ਉੱਪਰ ਫਿਰ ਇਹ ਜਿਹੜੀ ਮਾਇਆ ਹੈ ਪ੍ਰਭਾਵ ਨਹੀਂ ਪਾਉਂਦੀ ਹੈ। ਜੈਸੀ ਅਗਨ ਉਦਰਮ ਹੈ ਤੈਸੀ ਬਾਹਰ ਮਾਇਆ, ਜਿਸ ਦਾ ਐਸਾ ਪ੍ਰਭਾਵ ਹੈ। ਜਿਹੜੀ ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਦਿੰਦੀ ਏ, ਇਹ ਮਾਇਆ ਤੇ ਮਾਇਆ ਦਾ ਪ੍ਰਭਾਵ ਤਿੰਨਾਂ ਦੇ ਹਿਰਦੇ ਚੋਂ ਚੱਲਿਆ ਜਾਂਦਾ ਹੈ। ਅਗਿਆਨਤਾ ਰੂਪੀ ਬਲਾ, ਅਵਿਦਿਆ ਰੂਪੀ ਬਲਾ ਤਿੰਨਾਂ ਦੇ ਹਿਰਦੇ ਚੋਂ ਅਭਾਵ ਹੋ ਜਾਂਦੀ ਹੈ ਜੀ। ਰਹਾਉ
ਵਿਸਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਹਨ। ਨੇਤਰ ਪੁਨੀਤ ਪੇਖਤ ਹੀ ਦਰਸ। ਸੱਚੇ ਪਾਤਸ਼ਾਹ ਅਸੀਂ ਤੇ ਅਲਪੱਗ ਹਾਂ, ਅਗਿਆਨੀ ਆ, ਨਾਮ ਦੀ ਤੇ ਸਾਧ ਸੰਗਤ ਦੀ ਮਹਿਮਾ ਨਹੀਂ ਜਾਣਦੇ ਆ। ਕਿਰਪਾਲਤਾ ਕਰਕੇ ਸਾਧ ਸੰਗਤ ਦੀ ਹੋਰ ਮਹਿਮਾ ਆਪਣੀ ਜ਼ੁਬਾਨੇ ਪਾਕ ਚੋਂ ਪ੍ਰਗਟ ਕਰੋ, ਜਿਸ ਦੇ ਨਾਲ ਸਾਡੇ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਹੋਰ ਵੱਧ ਜਾਵੇ, ਉਤਪੰਨ ਹੋਵੇ ਜੀ। ਤੇ ਸਾਹਿਬ ਜੀ ਫਰਮਾਨ ਕਰਦੇ ਨੇ, ਪਿਆਰਿਓ ਇੱਕ ਇੱਕ ਅੰਗ ਸਰੀਰ ਦਾ ਸਫਲਾ ਹੋ ਜਾਂਦਾ ਹੈ, ਪੂਰਾ ਸਰੀਰ ਸਫਲਾ ਹੋ ਜਾਂਦਾ ਹੈ ਜਦੋਂ ਸਾਧ ਸੰਗਤ ਦੇ ਵਿੱਚ ਆਈਦਾ ਹੈ। ਇਹ ਜਿਹੜੇ ਨੇਤਰ ਨੇ ਦੁਨੀਆ ਦੇ ਰੰਗ ਤਮਾਸ਼ੇ ਤੇ ਇੱਕ ਤੱਕਦੇ ਨੇ, ਮੈਲਾ ਦੇਖਦੇ ਨੇ, ਮੈਲ ਨੂੰ ਪ੍ਰਾਪਤ ਕਰਦੇ ਨੇ, ਬੁਰੇ ਨਿਕੰਮੇ ਬਣ ਜਾਂਦੇ ਨੇ, ਪਾਪੀ ਬਣ ਜਾਂਦੇ ਨੇ ਨਾ। ਜਦੋਂ ਸਾਧ ਸੰਗਤ ਵਿੱਚ ਆਈਏ, ਨੇਤਰ ਪੁਨੀਤ ਪੇਖਤ ਹੀ ਦਰਸ। ਸਾਧ ਸੰਗਤ ਦਾ ਦਰਸ਼ਨ ਕਰਦਿਆਂ ਸਾਰ ਨੇਤਰਾਂ ਦੀ ਵੀ ਪਾਪਾਂ ਦੀ, ਮੈਲਾ ਤੱਕਣੇ ਦੀ ਮੈਲ ਉਤਰ ਜਾਂਦੀ ਏ ਤੇ ਨੇਤਰ ਪਵਿੱਤਰ ਹੋ ਜਾਂਦੇ ਨੇ, ਸਾਫ਼ ਹੋ ਜਾਂਦੇ ਨੇ, ਉਜਲ ਹੋ ਜਾਂਦੇ ਨੇ। ਇਹ ਨੇਤਰ ਵੀ ਸਫਲੇ ਹੋ ਜਾਂਦੇ ਨੇ, ਅੱਖਾਂ ਸਫਲੀਆਂ ਹੋ ਜਾਂਦੀਆਂ ਨੇ ਸਾਧ ਸੰਗਤ ਦੇ ਦੀਦਾਰ ਕਰਕੇ। ਧੰਨ ਮਸਤਕ ਚਰਨ ਕਮਲ ਹੀ ਪਰਸ। ਤੇ ਜੀਵ ਦਾ ਜਿਹੜਾ ਇਹ ਮਸਤਕ ਮੱਥਾ ਹੈ ਨਾ, ਇਹ ਧੰਨ ਹੋ ਜਾਂਦਾ ਹੈ, ਸਫਲਾ ਹੋ ਜਾਂਦਾ ਹੈ ਜਦੋਂ ਆ ਕਰਕੇ ਸਾਧ ਸੰਗਤ ਦੇ ਦਰਸ਼ਨ ਕਰਕੇ ਤੇ ਗੁਰ ਪਰਮੇਸ਼ਰ ਜੀ ਦੇ ਚਰਨਾਂ ਦੇ ਉੱਪਰ ਲੱਗਦਾ ਹੈ, ਸਪਰਸ਼ ਕਰਦਾ ਹੈ। ਜਦੋਂ ਸੱਚਖੰਡ ਦਰਬਾਰ ਚ ਆਈਏ, ਜਿੱਥੇ ਸਾਧ ਸੰਗਤ ਦੇ ਦਰਸ਼ਨ ਹੁੰਦੇ ਨੇ, ਪਹਿਲਾਂ ਆ ਕਰਕੇ ਗਰੀਬ ਨਿਵਾਜ ਸਤਿਗੁਰੂ ਸਾਹਿਬ ਜੀ ਨੂੰ ਮਸਤਕ ਹੀ ਟੇਕੀਦਾ ਨਾ। ਤੇ ਜਦੋਂ ਮਸਤਕ ਗੁਰੂ ਕੇ ਚਰਨਾਂ ਤੇ ਲੱਗਦਾ ਹੈ ਤੇ ਮਸਤਕ ਪਵਿੱਤਰ ਹੋ ਜਾਂਦਾ ਹੈ, ਉਜਲ ਭਾਗਾਂ ਵਾਲਾ ਹੋ ਜਾਂਦਾ ਹੈ। ਤੇ ਕੁਛ ਜਗਿਆਸੂ ਐਸੇ ਹੁੰਦੇ ਨੇ, ਮਨ ਦੀ ਬਿਰਤੀ ਕਾਰਨ ਜਾਂ ਕਈ ਵਾਰ ਬੁਢਾਪੇ ਦੇ ਸਰੀਰ ਦੇ ਰੋਗ ਕਾਰਨ ਤੇ ਕਈ ਵਾਰ ਅਣਗਹਿਲੀ ਦੇ ਕਾਰਨ ਮਸਤਕ ਜ਼ਮੀਨ ਤੇ ਲਾਉਂਦੇ ਹੀ ਨਹੀਂ, ਸਤਿਗੁਰੂ ਜੀ ਦੇ ਚਰਨਾਂ ਤੇ ਸਪਰਸ਼ ਹੀ ਨਹੀਂ ਕਰਦੇ, ਥੋੜਾ ਜਿਹਾ ਝੁੱਕ ਕੇ ਤੇ ਉੱਪਰ ਹੀ ਉੱਠ ਜਾਂਦੇ ਨੇ। ਕੁਝ ਜਗਿਆਸੂ ਐਸੇ ਦੇਖੇ ਜਾਂਦੇ ਨੇ, ਮੁੱਠ ਬਣਾ ਕਰਕੇ, ਮੁੱਠ ਜ਼ਮੀਨ ਤੇ ਲਾ ਕਰਕੇ ਤੇ ਅੰਗੂਠਾ ਖੜਾ ਕਰ ਲੈਂਦੇ ਨੇ ਤੇ ਆਪਣਾ ਜਿਹੜਾ ਮਸਤਕ ਹੈ ਆਪਣੇ ਅੰਗੂਠੇ ਤੇ ਹੀ ਲਾਉਂਦੇ ਨੇ। ਅੰਗੂਠੇ ਨੂੰ ਮੱਥਾ ਟੇਕਿਆ ਤੇ ਖੜੇ ਹੋ ਗਏ, ਗੁਰੂ ਕੇ ਚਰਨਾਂ ਤੇ ਲੱਗਾ ਹੀ ਨਹੀਂ। ਜਦੋਂ ਗੁਰੂ ਕੇ ਚਰਨਾਂ ਤੇ ਲੱਗੇਗਾ, ਸਫਲਾ ਫੇਰ ਹੋਵੇਗਾ। ਮੱਥੇ ਦੇ ਜਿਹੜੇ ਪੁੱਠੇ ਲੇਖ ਨੇ ਬਦਲ ਕੇ ਸਿੱਧੇ ਉਦੋਂ ਹੋਣਗੇ ਜਦੋਂ ਗੁਰੂ ਕੇ ਚਰਨਾਂ ਤੇ ਲੱਗੇਗਾ। ਤੇ ਗੁਰਮਤਿ ਦੀ ਜੁਗਤੀ ਇਹ ਹੈ, ਦੋਵੇਂ ਹੱਥ ਸਿੱਧੇ ਜ਼ਮੀਨ ਤੇ, ਦੋਵੇਂ ਤਲੀਆਂ ਜ਼ਮੀਨ ਤੇ ਲਗਾਉਣੀਆਂ। ਕਈ ਇਸੇ ਪ੍ਰਕਾਰ ਪਾਸੇ ਪਰਨੇ ਹੱਥ ਰੱਖਦੇ ਨੇ, ਕਈ ਤਲੀਆਂ ਉੱਪਰ ਨੂੰ, ਐਵੇਂ ਨਹੀਂ। ਇਹ ਗੁਰਮਤਿ ਦੀ ਮਰਿਆਦਾ ਨਹੀਂ। ਗੁਰੂ ਘਰ ਦੀ ਮਰਿਆਦਾ ਇਹ ਹੈ, ਮਸਤਕ ਟੇਕਣ ਵੇਲੇ ਦੋਵੇਂ ਤਲੀਆਂ ਜ਼ਮੀਨ ਤੇ ਸਿੱਧੀਆਂ ਲੱਗਣ। ਫਿਰ ਜਿਹੜਾ ਮਸਤਕ ਹੈ ਇਹ ਜ਼ਮੀਨ ਦੇ ਉੱਪਰ ਲੱਗੇ ਤੇ ਭਾਵਨਾ ਇਹ ਰੱਖਣੀ, ਸਾਡੇ ਦੋਵੇਂ ਹੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖੇ ਹੋਏ ਨੇ। ਜਦੋਂ ਮਸਤਕ ਟੇਕਣਾ ਤੇ ਭਾਵਨਾ ਇਹ ਰੱਖਣੀ, ਸਾਡਾ ਜਿਹੜਾ ਮਸਤਕ ਮੱਥਾ ਹੈ ਨਾ, ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਰੱਖਿਆ ਹੋਇਆ ਏ। ਇਸ ਪ੍ਰਕਾਰ ਭਾਵਨਾ ਰੱਖ ਕੇ ਮੱਥਾ ਟੇਕਣਾ ਹੈ ਤੇ ਜਿਹੜੇ ਮੱਥੇ ਦੇ ਪੁੱਠੇ ਕਰਮ ਨੇ ਉਹ ਸਿੱਧੇ ਹੋ ਜਾਂਦੇ ਨੇ। ਹੁਣ ਮਸਤਕ ਦੀ ਬਾਤ ਹੈ, ਜੀਵ ਦੀ ਬੁੱਧੀ, ਜੀਵ ਦਾ ਦਿਮਾਗ ਮਸਤਕ ਸਿਰ ਦੇ ਅੰਦਰ ਹੀ ਹੈ ਨਾ। ਤੇ ਜਿਸ ਦੀ ਮੈਲੀ ਬੁੱਧੀ ਹੁੰਦੀ ਏ ਉਹ ਸਦਾ ਬੁਰਾਈਆਂ ਚਿਤਵਦਾ ਹੈ, ਤੇ ਜਿਸ ਦੀ ਬੁੱਧੀ ਫਿਰ ਉਜਲ ਹੋ ਜਾਂਦੀ ਏ, ਆਤਮ ਵਿਸ਼ੈਣੀ ਹੋ ਜਾਂਦੀ ਏ, ਸਦਾ ਨਾਮ ਦੀ ਚਿਤਵਨੀ ਕਰਦਾ ਹੈ, ਨਾਮ ਦਾ ਚਿੰਤਨ ਕਰਦਾ ਹੈ। ਤੇ ਗਰੀਬ ਨਿਵਾਜ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਮਸਤਕ ਟੇਕਣ ਤੋਂ ਭਾਵ ਇਹ ਹੁੰਦਾ ਹੈ, ਗਰੀਬ ਨਿਵਾਜ ਸਤਿਗੁਰੂ ਜੀ ਅਸੀਂ ਆਪਣੀ ਬੁੱਧੀ, ਆਪਣੀ ਸਿਆਣਪ, ਦਿਮਾਗ ਦੀਆਂ ਚਤੁਰਾਈਆਂ ਸਾਰੀਆਂ ਤੁਹਾਡੇ ਅੱਗੇ ਅਰਪਣ ਕਰਦੇ ਆ। ਮਹਾਰਾਜ ਕਿਰਪਾਲਤਾ ਕਰਕੇ ਇਸ ਬੁੱਧੀ ਨੂੰ ਆਤਮ ਵਿਸ਼ੈਣੀ ਬਣਾ ਦਿਓ, ਐਸੀ ਸੋਚ ਬਣਾ ਦਿਓ, ਐਸੀ ਵਿਚਾਰ ਬਖਸ਼ ਦਿਓ, ਮਹਾਰਾਜ ਆਪ ਜੀ ਦਾ ਨਾਮ ਕਦੇ ਵਿਸਰੇ ਨਾ। ਤੇ ਜਦੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਐਸੀ ਬਖਸ਼ਿਸ਼ ਕਰ ਦਿੰਦੇ ਨੇ, ਹਜ਼ੂਰ ਫਰਮਾਵਣਾ ਕਰਦੇ ਨੇ, ਫਿਰ ਜਿਹੜਾ ਮਸਤਕ ਹੈ ਸਫਲ ਸਹਿਤ ਫਲ ਦੇ ਹੋ ਜਾਂਦਾ ਹੈ, ਆਤਮ ਵਿਸ਼ੈਣੀ ਮਤ ਵਾਲਾ ਹੋ ਜਾਂਦਾ ਹੈ। ਜਿੱਥੇ ਦਰਸ਼ਨ ਕਰਦਿਆਂ ਸਾਰ ਨੇਤਰ ਸਫਲ ਹੁੰਦੇ ਨੇ ਨਾ, ਉਥੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਮਸਤਕ ਟੇਕਣ ਦੇ ਨਾਲ ਇਹ ਜਿਹੜਾ ਮਸਤਕ ਹੈ ਇਹ ਪਵਿੱਤਰ ਹੋ ਜਾਂਦਾ ਹੈ, ਆਤਮ ਵਿਸ਼ੈਲੀ ਮਤ ਵਾਲਾ ਹੋ ਜਾਂਦਾ ਹੈ। ਸੋ ਇਸੇ ਹੀ ਪ੍ਰਕਾਰ ਧੰਨ ਮਸਤਕ ਚਰਨ ਕਮਲ ਹੀ ਪਰਸ। ਉਹ ਮਸਤਕ ਧਨਤਾ ਦੇ ਸਹਿਤ ਹੋ ਜਾਂਦਾ ਹੈ, ਉਹ ਮਤ ਆਤਮ ਵਿਸ਼ੈਣੀ ਹੋਣ ਦੇ ਕਰਕੇ ਧਨਤਾ ਦੇ ਸਹਿਤ ਹੋ ਜਾਂਦੀ ਹੈ। ਜਿਹੜਾ ਮਸਤਕ ਸਤਿਗੁਰੂ ਜੀ ਦੇ ਚਰਨਾਂ ਨੂੰ ਸਪਰਸ਼ ਕਰਦਾ ਹੈ, ਚਰਨਾਂ ਦੇ ਉੱਪਰ ਆ ਕਰਕੇ ਝੁਕਦਾ ਹੈ, ਜਿਸ ਮਸਤਕ ਦੇ ਵਿੱਚੋਂ ਆਪਣੀਆਂ ਬੁਰਾਈਆਂ ਚਤੁਰਾਈਆਂ ਛੱਡ ਕਰਕੇ ਸਤਿਗੁਰੂ ਜੀ ਨੂੰ ਸਮਰਪਣ ਕਰ ਦਈਏ, ਸਮਰਪਿਤ ਹੋ ਜਾਈਏ,
ਉਹ ਮਸਤਕ ਧਨਤਾ ਦੇ ਯੋਗ ਹੈ, ਸਫਲਾ ਹੈ, ਵੱਡਿਆਂ ਭਾਗਾਂ ਵਾਲਾ ਹੈ। ਇਸ ਪ੍ਰਕਾਰ ਉਹ ਸੀਸ ਵੀ ਸਫਲਾ ਤੇ ਧਨ ਹੈ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਫਿਰ ਨਾਮ ਜਪਣ ਰੂਪੀ ਟਹਿਲ ਕਰਨੀ ਹੈ। ਇਸੇ ਪ੍ਰਕਾਰ ਗੋਬਿੰਦ ਕੀ ਟਹਿਲ, ਗੋ ਸ੍ਰਿਸ਼ਟੀ ਤੇ ਬਿੰਦ ਪ੍ਰਤਪਾਲਨਾ ਕਰਨੇ ਵਾਲਾ, ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਨਾ ਕਰਨੇ ਵਾਲੇ ਜੋ ਵਾਹਿਗੁਰੂ ਜੀ ਨੇ ਨਾ, ਵਾਹਿਗੁਰੂ ਜੀ ਦੀ ਨਾਮ ਜਪਣ ਰੂਪੀ ਟਹਿਲ ਕਰਨੇ ਦੇ ਨਾਲ ਸਫਲ ਇਹ ਕਾਇਆ, ਇਹ ਜਿਹੜਾ ਕਾਇਆ ਸਰੀਰ ਹੈ, ਇਹ ਦੇਹੀ ਆ, ਇਹ ਵੀ ਸਫਲੀ ਹੋ ਜਾਂਦੀ ਹੈ। ਇਸੇ ਪ੍ਰਕਾਰ ਗੁਰੂ ਘਰ ਦੇ ਵਿੱਚ ਆਉਣਾ ਹੈ, ਜਿਹੜੀ ਹੱਥੀਂ ਸੇਵਾ ਕਰਨੀ ਏ, ਚਾਹੇ ਲੰਗਰ ਪਕਾਉਣ ਦੀ ਏ, ਵਰਤਾਉਣ ਦੀ ਏ, ਛਕਾਉਣ ਦੀ ਏ, ਭਾਂਡੇ ਮਾਂਜਣ ਦੀ ਏ, ਦਰੀਆਂ ਝਾੜਨ ਦੀ ਏ, ਰੁਮਾਲੇ ਧੋਣ ਦੀ ਏ, ਪ੍ਰੈਸ ਕਰਨੇ ਦੀ ਏ, ਚਾਹੇ ਚੌਰ ਸਾਹਿਬ ਕਰਨੇ ਦੀ ਏ, ਜਿਹੜੀ ਵੀ ਸੇਵਾ ਦੇ ਵਿੱਚ ਜੀਵ ਲੱਗ ਗਿਆ, ਹਜ਼ੂਰ ਫਰਮਾਵਣਾ ਕਰਦੇ ਨੇ, ਜਦੋਂ ਸਰੀਰ ਟਹਿਲ ਦੇ ਵਿੱਚ ਲੱਗ ਗਿਆ, ਸੇਵਾ ਦੇ ਵਿੱਚ ਲੱਗ ਗਿਆ ਨਾ, ਸਤ ਸੰਗਤ ਸਾਧ ਸੰਗਤ ਵਿੱਚ ਗੁਰੂ ਕੀ ਸ਼ਰਨ ਵਿੱਚ ਆ ਕਰਕੇ ਫਿਰ ਇਹ ਦੇਹੀ ਵੀ ਸਫਲ ਹੋ ਜਾਂਦੀ ਹੈ, ਇਹ ਸਰੀਰ ਵੀ ਸਫਲਾ ਸਹਿਤ ਗਿਆਨ ਫਲ ਦੇ ਹੋ ਜਾਂਦਾ ਹੈ। ਇਸੇ ਪ੍ਰਕਾਰ ਮੁਕਤੀ ਫਲ ਦੇ ਸਹਿਤ ਹੋ ਜਾਂਦਾ ਹੈ। ਸੰਤ ਪ੍ਰਸਾਦ ਪਰਮ ਪਦ ਪਾਇਆ। ਫਿਰ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਸੰਤਾਂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਜਦੋਂ ਸੇਵਾ ਕਰੀਏ ਨਾ, ਤੇ ਸੰਤ ਜਨਾਂ ਦੀ ਕਿਰਪਾ ਦੇ ਨਾਲ ਪਰਮ ਪਦ ਪਾਇਆ। ਗੁਰਮੁਖਾਂ ਨੇ, ਜਗਿਆਸੂਆਂ ਨੇ ਉੱਤਮ ਪਦ ਪਾਇਆ ਹੈ। ਸਾਰਿਆਂ ਦੇ ਨਾਲੋਂ ਸ੍ਰੇਸ਼ਟ ਪਦਵੀ ਤਿਨਾਂ ਨੂੰ ਪ੍ਰਾਪਤ ਹੋਈ ਹੈ। ਤੁਰਿਆ ਪਦ ਰੂਪੀ ਉੱਚਾ ਅਹੁਦਾ ਉਹਨਾਂ ਨੇ ਪਾਇਆ ਹੈ। ਇਹ ਸੰਤ ਜਨਾਂ ਦੀ ਕਿਰਪਾ ਵਰਤਦੀ ਹੈ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਸੰਤਨ ਬਹੁ ਗਿਣਤੀ ਦਾ ਵਾਚਕ ਹੈ। ਜਦੋਂ ਸੰਤਾਂ ਦੀ ਕਿਰਪਾ ਹੋਈ, ਮਹਾਂਪੁਰਖਾਂ ਦੀ ਕਿਰਪਾ ਹੋਈ, ਸਮੂਹ ਗੁਰਸਿੱਖਾਂ ਦੀ ਦਇਆ ਦ੍ਰਿਸ਼ਟੀ ਹੋਈ, ਫਿਰ ਮਹਾ ਆਨੰਦ ਭਏ, ਵੱਡਾ ਭਾਰੀ ਆਤਮ ਸੁਖ ਪਾਉਣਾ ਕੀਤਾ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੰਤਾਂ ਦੀ ਮਹਿਮਾ ਤੇ ਹੁਕਮ ਦੇ ਅਨੁਸਾਰ ਚੱਲ ਕਰਕੇ ਸੇਵਾ ਕਰਨੇ ਦਾ ਮਹਾਤਮ ਪ੍ਰਗਟ ਕਰਦੇ ਨੇ। ਇਸੇ ਹੀ ਪ੍ਰਕਾਰ ਸੰਤ ਪ੍ਰਸਾਦ ਪਰਮ ਪਦ ਪਾਇਆ। ਜਦੋਂ ਜਗਿਆਸੂ ਨੇ ਜੀਵ ਨੇ ਸਤ ਸੰਗਤ ਆ ਕਰਕੇ ਪ੍ਰਾਪਤ ਕਰਨਾ ਕੀਤੀ, ਸਤ ਸੰਗਤ ਵਿੱਚ ਬੈਠ ਕਰਕੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਸਰਵਣ ਕੀਤਾ, ਫਿਰ ਹਿਰਦੇ 'ਚ ਮੰਨ ਲਿਆ, ਫਿਰ ਉਪਦੇਸ਼ਾਂ ਦੀ ਕਮਾਈ ਕੀਤੀ, ਤੇ ਸਰਬ ਸ੍ਰੇਸ਼ਟ ਸ਼ਾਂਤ ਆਤਮਾ ਸਤਿਗੁਰੂ ਜੀ ਦੀ ਜੀਵ ਤੇ ਅਤਿਅੰਤ ਦਇਆਲਤਾ ਹੁੰਦੀ ਹੈ। ਤੇ ਜਦੋਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਨਾ, ਪੂਰਾ ਗੁਰ ਅਖਿਆਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਤੱਕਦੇ ਨੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਿਰਦਾ ਹੀ ਸੀਤਲ ਕਰਦੇ ਨੇ, ਸੰਤ ਅਵਸਥਾ ਬਖਸ਼ ਦਿੰਦੇ ਨੇ। ਪਰਮ ਪਦ ਤੋਂ ਭਾਵ ਉੱਚ ਅਹੁਦਾ, ਸੰਤ ਪਦਵੀ, ਸਾਧੂ ਮਹਾਤਮਾ ਦੀ ਪਦਵੀ, ਜਾਂ ਬ੍ਰਹਮ ਗਿਆਨ ਦੀ ਪਦਵੀ, ਤੁਰਿਆ ਪਦ ਦੀ ਪਦਵੀ ਕਹਿ ਲਈਏ, ਸਾਰੇ ਸ਼ਬਦ ਅਥਵਾ ਅੱਖਰ ਸਫਲੇ ਨੇ। ਸਤਿਗੁਰੂ ਜੀ ਦੀ ਦਇਆਲਤਾ ਦੇ ਨਾਲ, ਸਾਧ ਸੰਗਤ ਦੀ ਬਖਸ਼ਿਸ਼ ਦੇ ਨਾਲ ਅਧਿਕਾਰੀ ਜੀਵ ਜਿਹੜਾ ਹੈ, ਇਹ ਪਰਮ ਪਦ, ਤੁਰਿਆ ਪਦ ਦੀ ਭੂਮਿਕਾ ਸਤਿਗੁਰੂ ਜੀ ਤੋਂ ਪ੍ਰਾਪਤ ਕਰਦਾ ਹੈ ਜੀ। ਜਨ ਕੀ ਕੀਨੀ ਆਪ ਸਹਾਏ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਆਪਣੇ ਜਨਾਂ ਦੀ, ਆਪਣੇ ਪਿਆਰਿਆਂ ਦੀ, ਆਪਣੇ ਗੁਰਸਿੱਖਾਂ ਦੀ ਆਪ ਸਹਾਇਤਾ ਕੀਤੀ ਹੈ। ਆਤਮ ਪਦ ਤੇ ਪਹੁੰਚਾਉਣ ਵਾਸਤੇ ਸਾਧ ਸੰਗਤ ਬਖਸ਼ ਦਿੱਤੀ। ਸਾਧ ਸੰਗਤ ਵਿੱਚ ਬੈਠ ਕਰਕੇ ਨਾਮ ਦਾ ਕਥਨ ਕਰਨਾ, ਜਪਣਾ ਅਥਵਾ ਸਰਵਣ ਕਰਨਾ ਬਖਸ਼ਿਸ਼ ਕਰ ਦਿੱਤਾ। ਇਸ ਪ੍ਰਕਾਰ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਸੁੱਖਾਂ ਦੇ ਦਾਤਾ ਕਥਾ ਕੀਰਤਨ ਦੀ ਦਾਤ ਸਾਧ ਸੰਗਤ ਦੁਆਰਾ ਮਿਲਦੀ ਉਦੋਂ ਜਦੋਂ ਵਾਹਿਗੁਰੂ ਜੀ ਸਹਾਇਤਾ ਕਰਦੇ ਨੇ। ਇਹ ਵਾਹਿਗੁਰੂ ਜੀ ਹੀ ਨਦਰ ਕਰਕੇ ਆਪਣੇ ਜੀਵਾਂ ਦੀ, ਪਿਆਰਿਆਂ ਦੀ ਬਾਹ ਫੜ ਲੈਂਦੇ ਨੇ ਦੁੱਖਾਂ ਚੋਂ ਕੱਢਣ ਵਾਸਤੇ, ਤੇ ਸਾਧ ਸੰਗਤ ਬਖਸ਼ਦੇ ਹਨ ਜੀ। ਸੁਖ ਪਾਇਆ ਲਗਦਾ ਸਹਿ ਪਾਏ। ਸਿੱਖੋ, ਮਾਇਆ ਦਾ ਪ੍ਰਭਾਵ ਜਦੋਂ ਮਿਟਦਾ ਹੈ, ਨਿਰਵਿਕਾਰ ਜੀਵਨ ਹੁੰਦਾ, ਤੇ ਫਿਰ ਸੁਖ ਪਾਇਆ ਜਿਹੜਾ ਜੀਵ ਹੈ ਆਤਮ ਸੁਖ ਨੂੰ ਪ੍ਰਾਪਤ ਕਰਦਾ ਹੈ। ਤੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੀ ਸਹਾਇਤਾ ਹੋ ਗਈ, ਕਿਰਪਾ ਦਇਆ ਦ੍ਰਿਸ਼ਟੀ ਹੋ ਗਈ, ਉਹਨਾਂ ਨੇ ਸੁਖ ਪਾਇਆ, ਆਤਮ ਸੁਖ ਨੂੰ ਪਾਵਨਾ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਇਹ ਆਤਮ ਸੁਖ ਨੂੰ ਪਾਉਣ ਵਾਸਤੇ ਤੇ ਹੋਰ ਵੀ ਬੜੇ ਸਾਧਨ ਕਰਨੇ ਪਏ ਹੋਣਗੇ। ਦੁਨੀਆ ਦੇ ਲੋਕ ਜੰਗਲਾਂ ਵਿੱਚ ਜਾ ਕੇ ਜਪ ਕਰਦੇ ਨੇ, ਤਪ ਕਰਦੇ ਨੇ, ਧੂਣੀਆਂ ਤਪਾਉਂਦੇ ਨੇ, ਪੁੱਠੇ ਲਟਕਦੇ ਨੇ, ਵਰਤ ਰੱਖਦੇ ਨੇ, ਮਹਾਰਾਜ ਬੜੇ ਯਤਨ ਕਰਦੇ ਨੇ।
ਆਤਮ ਸੁਖ ਨੂੰ ਪਾਉਣ ਵਾਸਤੇ ਵੀ ਜਗਿਆਸੂਆਂ ਨੇ ਕੋਈ ਐਸੇ ਸਾਧਨ ਕੀਤੇ ਹੋਣਗੇ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜਿਹੜਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ ਨਾ, ਉਹਨਾਂ ਨੂੰ ਇਹਨਾਂ ਸਾਧਨਾਂ ਦੀ ਲੋੜ ਨਹੀਂ, ਲਗ ਦਾਸ ਹੈ ਪਾਏ। ਆ ਕਰਕੇ ਪ੍ਰਮਾਤਮਾ ਜੀ ਦੇ ਦਾਸਾਂ ਦੇ ਚਰਨੀ ਲੱਗ ਜਾਵੇ। ਪ੍ਰਮਾਤਮਾ ਦੇ ਦਾਸ ਕੌਣ ਨੇ? ਸੰਤ। ਸੰਤ ਜਨਾਂ ਦੇ ਚਰਨੀ ਲੱਗ ਜਾਵੇ, ਸਾਧੂ ਜਨਾਂ ਦੇ ਚਰਨੀ ਲੱਗ ਜਾਵੇ। ਚਰਨੀ ਲੱਗਣ ਤੋਂ ਭਾਵ ਤਿੰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਬਚਨ ਦੇ ਅਨੁਸਾਰ ਸੇਵਾ ਕਮਾਉਣੀ ਕਰੇ। ਤੇ ਜਦੋਂ ਸਾਧੂ ਮਹਾਤਮਾ ਦੇ ਬਚਨਾਂ ਦੇ ਅਨੁਸਾਰ ਸੇਵਾ ਕਮਾਉਂਦਾ ਨਾ, ਤੇ ਜਿਹੜਾ ਜੀਵ ਹੈ ਸੁਭਾਵਕ ਹੀ ਸਹਜੇ ਹੀ ਆਤਮ ਸੁਖ ਨੂੰ ਪ੍ਰਾਪਤ ਕਰਨਾ ਕਰਦਾ ਹੈ, ਜੋ ਵੱਡਾ ਭਾਰੀ ਆਨੰਦ ਕੁੱਲ ਦੁਨੀਆ ਦੇ ਸਾਧਨ ਕਰਕੇ ਨਹੀਂ ਮਿਲਦਾ ਹੈ, ਉਹ ਸੰਤ ਜਨਾਂ ਦੇ ਚਰਨੀ ਲੱਗ ਕੇ ਪ੍ਰਾਪਤ ਹੋ ਜਾਂਦਾ ਹੈ ਜੀ। ਆਪ ਗਿਆ ਤਾਂ ਆਪ ਹੈ ਭਏ। ਮਹਾਰਾਜ ਫਿਰ ਜੀਵ ਦੇ ਹਿਰਦੇ ਦੇ ਅੰਦਰੋਂ ਹਉਮੈ ਇਤਿਆਦਿਕ ਜਿਹੜੇ ਰੋਗ ਨੇ ਇਹ ਮਿਟ ਜਾਂਦੇ ਹੋਣਗੇ। ਤੇ ਸਾਹਿਬ ਜੀ ਫਰਮਾਵਣਾ ਕਰਦੇ ਨੇ, ਸਤ ਸੰਗਤ ਕਰਨੇ ਦੇ ਨਾਲ ਨਿਮਰਤਾ ਆਉਂਦੀ ਏ, ਸਾਧ ਸੰਗਤ ਕਰਨੇ ਦੇ ਨਾਲ ਨਿਮਰਤਾ ਆਉਂਦੀ ਏ। ਘਰ ਵਿੱਚ ਜਪਦਾ ਹੋਵੇ ਤੇ ਕਦੇ ਸੂਖਮ ਹਗਤਾ ਸਿਰ ਚੱਕ ਸਕਦੀ ਏ, ਮੈਂ 5 ਬਾਣੀਆਂ ਪੜ੍ਹਦਾ, ਮੈਂ 5 ਗ੍ਰੰਥੀ ਦਾ ਪਾਠ ਕਰਦਾ, ਜਾਂ ਮੈਂ 25 ਪਾਠ ਜਪਜੀ ਸਾਹਿਬ ਦੇ ਕਰਦਾ। ਪਰ ਸਾਧ ਸੰਗਤ ਦੇ ਵਿੱਚ ਆ ਕਰਕੇ ਤੱਕਦਾ ਇੱਥੇ ਤੇ ਸਵਾਸ ਸਵਾਸ ਜਪਣ ਵਾਲੇ ਨੇ। ਮੈਂ ਤੇ ਜਾਗ ਕੇ ਚੌਂਕੜਾ ਮਾਰ ਕੇ ਹੀ ਜਪਦਾ ਇੱਥੇ, ਤੇ ਉਹ ਵੀ ਬੈਠੇ ਨੇ ਜਿਹੜੇ ਸੁੱਤਿਆਂ ਪਿਆਂ ਵੀ ਜਪਦੇ ਨੇ। ਉਠਤ ਬੈਠਤ ਸੋਵਤ ਨਾਮ, ਜਿਨ੍ਹਾਂ ਦੇ ਹਿਰਦੇ ਚੋਂ ਨਾਮ ਕਦੇ ਵਿਸਰਦਾ ਹੀ ਨਹੀਂ। ਇਸ ਪ੍ਰਕਾਰ ਜਦੋਂ ਸਾਧ ਸੰਗਤ ਦੇ ਵਿੱਚ ਆਉਂਦਾ ਹੈ, ਫਿਰ ਹਉਮੈ ਭਾਵ ਨੂੰ ਮੇਟਦਾ ਹੈ। ਆਪ ਗਿਆ, ਜਦੋਂ ਹਿਰਦੇ ਦੇ ਵਿੱਚੋਂ ਆਪਾ ਭਾਵ ਚਲੇ ਗਿਆ, ਹੰਗਤਾ ਦਾ ਭਾਵ ਚਲੇ ਗਿਆ, ਹਉਮੈ ਦਾ ਭਾਵ ਚਲਿਆ ਗਿਆ, ਜਦੋਂ ਹਉਮੈ ਮਿਟ ਗਈ ਨਾ, ਤਾਂ ਆਪ ਹੈ ਭਏ। ਫਿਰ ਆਪਣਾ ਆਪ ਸਰੂਪ ਜਿਹੜਾ ਜੀਵਦਾ ਹੈ, ਪਲਟ ਕਰਕੇ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਜਾਂਦਾ ਹੈ। ਜਿਸ ਪਰਮੇਸ਼ਰ ਜੀ ਨੂੰ ਲੱਭਦਾ ਫਿਰਦਾ ਨਾ, ਮੈਨੂੰ ਪਰਮਾਤਮਾ ਜੀ ਮਿਲੇ ਕਿੱਥੋਂ? ਜਦੋਂ ਆਪ ਗਿਆ, ਹਿਰਦੇ ਚੋਂ ਹਉਮੈ ਭਾਵ ਹੰਕਾਰ ਭਾਵ ਚਲਿਆ ਗਿਆ, ਆਪ ਹੈ ਭਏ। ਜੀਵ ਆਪ ਹੀ ਪਰਮਾਤਮਾ ਸਰੂਪ ਹੋ ਜਾਂਦਾ ਹੈ, ਪਰਮੇਸ਼ਰ ਜੀ ਦਾ ਸਰੂਪ ਹੋ ਜਾਂਦਾ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਐਸੀ ਬਖਸ਼ਿਸ਼ ਸਤਿਗੁਰੂ ਜੀ ਤੋਂ ਪ੍ਰਾਪਤ ਕਰਦਾ ਹੈ। ਕਿਰਪਾ ਨਿਧਾਨ ਕੀ ਸਰਨੀ ਪਏ। ਜਦੋਂ ਕਿਰਪਾ ਦੇ ਨਿਧਾਨ ਸਾਗਰ, ਕਿਰਪਾ ਦੇ ਖਜ਼ਾਨੇ ਪੂਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਪੈਂਦਾ ਹੈ, ਫਿਰ ਐਸੀ ਦਾਤ ਮਿਲਦੀ ਹੈ ਕਿ ਸ਼ਰਨ ਵਿੱਚ ਪੈ ਕਰਕੇ ਨਾਮ ਨੂੰ ਜਪਦਾ ਤੇ ਆਪੈ ਭਾਵਤ ਹੋ ਜਾਂਦਾ ਹੈ। ਐਸੀ ਅਵਸਥਾ ਨੂੰ ਪ੍ਰਾਪਤ ਕਰਦਾ ਦ્વੈ ਤੇ ਏਕ ਰੂਪ ਹੈ ਗਇਓ, ਅਥਵਾ ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਨੀ, ਰਾਮ ਕਬੀਰਾ ਏਕ ਭਾਏ ਹੈ ਕੋਈ ਨਾ ਸਕੈ ਪਛਾਨੀ। ਇਹ ਤਾਂ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਨ, ਆਪਣੀ ਸ਼ਰਨ ਵਿੱਚ ਲੈ ਲੈਣ। ਤੇ ਜਦੋਂ ਕਿਰਪਾ ਦੇ ਸਾਗਰ ਸਤਿਗੁਰੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਐਸੀ ਵੱਡੀ ਭਾਰੀ ਆਤਮ ਪਦਵੀ ਨੂੰ ਜੀਵ ਸਾਧ ਸੰਗਤ ਦੁਆਰਾ ਜਪ ਕੇ ਪਾਉਂਦਾ ਹੈ। ਜੋ ਚਾਹਤ ਸੋਈ ਜਬ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਪੁਰਾਤਨ ਸਮੇਂ ਤੋਂ ਇਹ ਧਾਰਨਾ ਚਲੀ ਆਉਂਦੀ ਏ। ਸਨਾਤਨ ਮਤ ਇਸ ਗੱਲ ਦਾ ਕਥਨ ਕਰਦਾ ਹੈ ਕਿ ਜੇ ਪ੍ਰਮਾਤਮਾ ਜੀ ਨੂੰ ਲੱਭਣਾ ਹੋਵੇ ਤੇ ਘਰ-ਬਾਰ ਛੱਡ ਕਰਕੇ ਜੰਗਲਾਂ 'ਚ ਜਾਣਾ ਪੈਂਦਾ ਹੈ। ਜੰਗਲਾਂ 'ਚ ਜਾ ਕਰਕੇ ਡੇਰੇ ਲਾਉਣੇ ਪੈਂਦੇ ਨੇ, ਤਪੱਸਿਆ ਕਰਨੀ ਪੈਂਦੀ ਏ, ਤੇ ਫਿਰ ਪ੍ਰਮਾਤਮਾ ਜੀ ਮਿਲਦੇ ਨੇ। ਜੇ ਸਾਧ ਸੰਗਤ ਕਰ ਲਈਏ, ਫਿਰ ਜੰਗਲਾਂ ਵਿੱਚ ਜਾਣ ਦੀ ਲੋੜ ਤੇ ਨਹੀਂ ਪਵੇਗੀ। ਫਿਰ ਹੋਰ ਹੱਠ ਜੋਗ ਕਠਨ ਸਾਧਨ ਇਤਿਆਦਿਕ ਕਰਨੇ ਦੀ ਜ਼ਰੂਰਤ ਤਾਂ ਨਹੀਂ ਨਾ ਰਹਿ ਜਾਵੇਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਿੱਖੋ ਜੋ ਚਾਹਤ, ਜਿਸ ਪਰਮਾਤਮਾ ਨੂੰ ਪ੍ਰਾਪਤ ਕਰਨੇ ਦੀ ਚਾਹਤ ਲੈ ਕਰਕੇ ਲੋਕ ਜੰਗਲਾਂ ਨੂੰ ਜਾਂਦੇ ਸਨ, ਸੋਈ ਅਬ ਪਾਇਆ। ਜਦੋਂ ਤੇ ਇਸ ਪਰਮਾਤਮਾ ਜੀ ਨੂੰ ਹੁਣ ਸਾਧ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ, ਫਿਰ ਹੁਣ ਜੰਗਲ 'ਚ ਜਾਣ ਦੀ ਲੋੜ ਕੀ ਹੈ? ਜੰਗਲ 'ਚੋਂ ਲੱਭਣਾ ਕੀ ਹੈ? ਜਾਣਾ ਤੇ ਤਾਂ ਸੀ ਕਿ ਜੀਆਂ ਤੋਂ ਥੋੜਾ ਦੂਰ ਹੋ ਜਾਂਦੇ ਤੇ ਇਹਨਾਂ ਦਾ ਮੋਹ ਤੰਗ ਨਾ ਕਰੇ, ਪਰ ਤਾਂ ਵੀ ਮੋਹ ਥੋੜਾ ਮਨ 'ਚੋਂ ਛੁੱਟਦਾ ਸੀ। ਮੋਹ ਤੇ ਤਾਂ ਵੀ ਉਹਨਾਂ ਨੂੰ ਦੁਖੀ ਕਰਕੇ ਵਿਆਕੁਲ ਕਰਕੇ ਹੀ ਰੱਖਦਾ ਸੀ। ਗ੍ਰਹਿਓ ਤਜ ਬਨਖੰਡ ਜਾਈਐ, ਚੁਨ ਖਾਈਐ ਕੰਦਾ, ਅਜ ਹੋ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਘਰ ਬਾਹਰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲੈਣੇ, ਕੰਦ ਮੂਲ ਚੁਣ ਕੇ ਖਾਧੇ, ਪੱਤੇ ਤੋੜ ਤੋੜ ਦਰਖਤਾਂ ਦੇ ਖਾਧੇ। ਫਿਰ ਭਾਵਨਾ ਬਣੀ ਪੱਤੇ ਤੋੜੀਏ, ਇਹਨਾਂ ਨੂੰ ਦਰਦ ਨਾ ਹੋਵੇ। ਜਿਹੜੇ ਆਪੇ ਹੀ ਟੁੱਟ ਕੇ ਪੱਤੇ ਜ਼ਮੀਨ ਤੇ ਡਿੱਗ ਜਾਂਦੇ, ਉਹਨਾਂ ਨੂੰ ਖਾ ਖਾ ਕੇ ਗੁਜ਼ਾਰੇ ਕੀਤੇ, ਪਰ ਪ੍ਰਾਪਤੀ ਤਾਂ ਕੁਛ ਵੀ ਨਹੀਂ ਹੋਈ। ਜੰਗਲ ਵਿੱਚ ਜਾਣ ਤੋਂ ਭਾਵ ਸੀ ਕਿ ਪਰਾਇਆ ਰੂਪ ਤੱਕੀਏ ਨਾ, ਪਰਾਇਆ ਧਨ ਤੱਕੀਏ ਨੇ ਤੇ ਮਨ ਬੇਈਮਾਨ ਨਾ ਹੋਵੇ।
ਪਰ ਮਨ ਤਾਂ ਜੰਗਲ ਵਿੱਚ ਬੈਠਾ ਵੀ ਵਿਕਾਰ ਚਿਤ ਵੀ ਜਾਂਦਾ ਹੈ, ਤਾਂ ਵੀ ਕਾਮ ਦੇ ਅਧੀਨ ਹੋਈ ਜਾਂਦਾ ਹੈ। ਇਸ ਕਰਕੇ ਲਾਭ ਕੁਛ ਵੀ ਨਹੀਂ, ਪ੍ਰਾਪਤੀ ਕੁਛ ਵੀ ਨਹੀਂ, ਕਿਉਂਕਿ ਮਨ ਨੇ ਵਿਕਾਰ ਨਹੀਂ ਛੱਡੇ, ਮਨ ਨੇ ਪਾਪ ਨਹੀਂ ਛੱਡੇ। ਤੇ ਜਿਸ ਪ੍ਰਮਾਤਮਾ ਜੀ ਦੀ ਭਾਲ ਵਿੱਚ ਜੰਗਲੀ ਜਾਣਾ ਸੀ, ਜੋ ਚਾਹਤ ਜਿਸ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰਨ ਦੀ ਚਾਹਤ ਕਰਕੇ ਫਿਰ ਸਾਧ ਸੰਗਤ ਕੀਤੀ, ਸੋਈ ਜਬ ਪਾਇਆ। ਜਦੋਂ ਉਸ ਪ੍ਰਮਾਤਮਾ ਜੀ ਨੂੰ ਸਾਧ ਸੰਗਤ ਵਿੱਚੋਂ, ਸਤ ਸੰਗਤ ਵਿੱਚੋਂ ਹੀ ਪ੍ਰਾਪਤ ਕਰ ਲਿਆ, ਹਿਰਦੇ ਦੇ ਅੰਦਰ ਹੀ ਪ੍ਰਮਾਤਮਾ ਜੀ ਪ੍ਰਗਟ ਹੋ ਆਏ। ਤਬ ਢੂੰਢਨ ਕਹਾਂ ਕੋ ਜਾਇਆ। ਤੇ ਫਿਰ ਲੱਭਣ ਵਾਸਤੇ ਕਿਸੇ ਨੇ ਜੰਗਲੀ ਕਿਉਂ ਜਾਣਾ ਹੈ? ਤਬ ਢੂੰਢਨ, ਫਿਰ ਤੇ ਇਸ ਸਮੇਂ ਲੱਭਣ ਵਾਸਤੇ, ਕਹਾ ਕੋ, ਕਿਉਂ ਕਿਸੇ ਨੇ ਕਿਤੇ ਜਾਣਾ ਹੈ? ਭਾਵ ਨਾ ਤੇ ਜੰਗਲਾਂ ਵਿੱਚ ਜਾਣ ਦੀ ਲੋੜ ਹੈ, ਨਾ ਘਰ-ਬਾਰ ਤਿਆਗਣ ਦੀ ਲੋੜ ਹੈ। ਘਰ-ਬਾਰ ਦੇ ਵਿੱਚ ਵਰਤਦਿਆਂ ਹੋਇਆਂ, ਰਹਿੰਦੇ ਹੋਇਆਂ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਿੱਖੋ ਸਦਾ ਸਾਧ ਸੰਗਤ ਕਰਦੇ ਰਹਿਣਾ, ਸਾਧ ਸੰਗਤ ਦਾ ਤਿਆਗ ਨਹੀਂ ਕਰਨਾ। ਪਰਮਾਤਮਾ ਜੀ ਦੀ ਪ੍ਰਾਪਤੀ ਸਾਧ ਸੰਗਤ ਦੁਆਰਾ ਹੀ ਹੋ ਜਾਵੇਗੀ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਕੀਤੇ ਤੋਂ ਬਿਨਾ ਹਿਰਦੇ ਵਿੱਚ ਪਿਆਰ ਨਹੀਂ ਜਾਗਦਾ, ਪਿਆਰ ਤੋਂ ਬਿਨਾ ਪ੍ਰੇਮਾ ਭਗਤੀ ਨਹੀਂ ਹੁੰਦੀ, ਤੇ ਪ੍ਰੇਮਾ ਭਗਤੀ ਤੋਂ ਬਿਨਾ ਪ੍ਰਮਾਤਮਾ ਜੀ ਮਿਲਦੇ ਨਹੀਂ। ਇਸ ਕਰਕੇ ਜਿਨ੍ਹਾਂ ਨੇ ਸਾਧ ਸੰਗਤ ਦੀ ਸ਼ਰਨ ਵਿੱਚ ਪੈ ਕਰਕੇ ਪ੍ਰੇਮਾ ਭਗਤੀ ਕੀਤੀ, ਵਾਹਿਗੁਰੂ ਜੀ ਦੇ ਜਸ ਨੂੰ ਗਾਵਿਆ, ਉਹਨਾਂ ਨੂੰ ਪ੍ਰਮਾਤਮਾ ਜੀ ਦੀ ਪ੍ਰਾਪਤੀ ਹੋ ਗਈ। ਤੇ ਜਦੋਂ ਸਾਧ ਸੰਗਤ ਦੁਆਰਾ ਹੀ ਪ੍ਰਾਪਤੀ ਹੋ ਗਈ, ਫਿਰ ਪ੍ਰਮਾਤਮਾ ਜੀ ਨੂੰ ਲੱਭਣ ਵਾਸਤੇ ਜੰਗਲਾਂ 'ਚ ਕਿਉਂ ਜਾਣਾ ਹੈ? ਭਾਵ ਨਹੀਂ ਜਾਣਾ ਹੈ, ਕੋਈ ਲੋੜ ਨਹੀਂ ਹੈ ਜੀ। ਅਸਥਿਰ ਭਏ ਬਸੇ ਸੁਖ ਆਸਨ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਦੋਂ ਸਰੂਪ ਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ, ਜੰਗਲੀ ਜਾਣਾ ਹੀ ਨਹੀਂ ਪੈਂਦਾ, ਹਿਰਦੇ ਅੰਦਰ ਵਾਹਿਗੁਰੂ ਜੀ ਸਾਖਿਆਤਕਾਰ ਹੋ ਜਾਂਦੇ ਨੇ। ਫਿਰ ਹਿਰਦੇ ਦੀ ਅਰਥਾਤ ਮਨ ਦੀ ਅਵਸਥਾ ਕੈਸੀ ਹੁੰਦੀ ਏ? ਫਿਰ ਤੇ ਭਟਕਣਾ ਨਹੀਂ ਆਉਂਦੀ ਹੋਵੇਗੀ। ਤੇ ਸਾਹਿਬ ਜੀ ਪ੍ਰਮਾਤਮਾ ਦੇ ਇਸ ਮਿਲਾਪ ਦੇ ਸਮੇਂ ਨੂੰ, ਅਵਸਥਾ ਨੂੰ ਕਥਨ ਕਰਨਾ ਕਰਦੇ ਨੇ। ਫਿਰ ਜੀਵਾਂ ਦੇ ਜਿਹੜੇ ਹਿਰਦੇ ਨੇ ਨਾ, ਅਸਥਿਰ ਭਏ, ਸਥਿਰ ਹੋ ਜਾਂਦੇ ਨੇ, ਫਿਰ ਨਹੀਂ ਟਿਕਦੇ, ਫਿਰ ਨਹੀਂ ਡੋਲਦੇ। ਬਸੇ ਸੁਖ ਆਸਨ, ਸੁਖ ਰੂਪੀ ਆਸਣ ਤੇ ਜੀਵ ਦਾ ਹਿਰਦਾ ਵਸਦਾ ਹੈ। ਭਾਵ ਸੁਖ ਸਰੂਪ ਅਵਸਥਾ ਤੇ ਸਥਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ, ਲੀਨ ਹੋ ਜਾਂਦਾ, ਲੈ ਹੋ ਜਾਂਦਾ ਹੈ। ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨਾ ਕਰਦੇ ਨੇ। ਇਹ ਜਿਹੜੀ ਦਾਤ ਹੈ ਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦੀ ਹੈ। ਤੇ ਇਸ ਦਾਤ ਨੂੰ ਪ੍ਰਾਪਤ ਕਰਕੇ ਸੁਖ ਬਾਸਨ ਹੋਣਾ ਸੀ। ਸੁਖ ਦੇ ਸਹਿਤ ਆਤਮ ਸੁਖ ਦੇ ਵਿੱਚ ਵਸਣਾ ਕਰਦੇ ਹਾਂ। ਕਿਸੇ ਪ੍ਰਕਾਰ ਦਾ ਦੁੱਖ ਜਨ ਦਰਦ ਨੇੜੇ ਨਹੀਂ ਆਉਂਦਾ। ਸੋ ਇਸੇ ਹੀ ਪ੍ਰਕਾਰ ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਜਿਹੜੇ ਜਿਹੜੇ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਅਧਿਕਾਰੀ ਹੋ ਗਏ ਨਾ, ਉਹਨਾਂ ਸਾਰੇ ਗੁਰਮੁਖਾਂ ਦਾ ਜਿਹੜਾ ਵਾਸਾ ਹੈ, ਸੁਖ ਸਰੂਪ ਪਰਮਾਤਮਾ ਜੀ ਦੇ ਵਿੱਚ ਹੋਇਆ ਹੈ। ਪਰਮਾਤਮਾ ਜੀ ਦੇ ਅੰਦਰ ਹੀ ਅਸਥਿਰ ਭਏ ਉਹਨਾਂ ਨੇ ਸਥਿਤੀ ਪਾਈ ਹੈ, ਟਿਕ ਗਏ ਨੇ। ਸੋ ਐਸਾ ਤਿਨਾਂ ਦਾ ਪ੍ਰਤਾਪ ਵਧਿਆ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਗਤ ਦੇ ਅੰਦਰ ਵੀ ਨਾਮ ਗੁਣਾ ਤੇ ਪਰ ਉਪਕਾਰਾਂ ਉਪਦੇਸ਼ਾਂ ਕਰਕੇ ਸਥਿਰਤਾ ਪ੍ਰਾਪਤ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਕਿਧਰੇ ਚਲੇ ਗਏ ਨੇ? ਕਿ ਭਗਤ ਧੰਨਾ ਸਾਹਿਬ ਜੀ ਕਿਧਰੇ ਚਲੇ ਗਏ ਨੇ? ਅੱਜ ਵੀ ਤਨਾਂ ਦੇ ਨਾਮ ਲਾ ਕੇ ਅਰਦਾਸ ਕੀਤੀ ਜਾਂਦੀ ਤੇ ਭਾਵਨਾ ਪੂਰੀਆਂ ਹੁੰਦੀਆਂ ਨੇ, ਕਿਉਂਕਿ ਕਿਤੇ ਗਏ ਨਹੀਂ, ਉਹ ਤੇ ਸਦੀਵ ਕਾਲ ਵਾਸਤੇ ਸਥਿਰ ਹੋ ਗਏ ਨਾ। 10 ਗੁਰੂ ਸਾਹਿਬਾਨ ਜੀ, 5 ਪਿਆਰੇ ਜੀ, 4 ਸਾਹਿਬਜ਼ਾਦੇ ਕਿਧਰੇ ਚਲੇ ਗਏ ਨੇ? ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਜੀ ਸਦਾ ਹੀ ਸਥਿਰ ਨੇ। ਜਿੱਥੇ ਵੀ ਸ਼ਹੀਦਾਂ ਦਾ ਨਾਮ ਲੈ ਕਰਕੇ ਅਰਦਾਸ ਕੀਤੀ ਜਾਂਦੀ ਤਿੱਥੇ ਰਖਵਾਲੀ ਕਰਦੇ ਨੇ। ਜੇ ਸਥਿਰ ਨੇ ਤਾਂ ਹੀ ਰਖਵਾਲੀ ਕਰਦੇ ਨੇ ਨਾ। ਜੇ ਕਿਧਰੇ ਚਲੇ ਗਏ ਹੁੰਦੇ ਫਿਰ ਰਖਵਾਲੀ ਕਿੰਨੇ ਕਰਨੀ ਸੀ? ਫਿਰ ਸਹਾਇਤਾ ਕਿੰਨੇ ਕਰਨੀ ਸੀ? ਇਸ ਪ੍ਰਕਾਰ ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਜਪਣਾ ਕੀਤਾ, ਸਾਧ ਸੰਗਤ ਕਰਨਾ ਕੀਤੀ, ਉਹ ਦੁਨੀਆ ਦੇ ਅੰਦਰ ਵੀ ਗੁਣਾ ਪਰ ਉਪਕਾਰਾਂ ਭਗਤੀ ਤੇ ਇਸੇ ਪ੍ਰਕਾਰ ਨਾਮ ਦੀ ਬਰਕਤ ਦੇ ਨਾਲ ਸਥਿਰ ਹੋ ਗਏ। ਗੁਰ ਪ੍ਰਸਾਦ ਨਾਨਕ ਸੁਖ ਬਾਸਨ, ਉਹਨਾਂ ਦਾ ਸੁਖ ਸਰੂਪ ਦੇ ਵਿੱਚ ਵਾਸਾ ਹੋਇਆ ਹੈ। ਇਸੇ ਹੀ ਪ੍ਰਕਾਰ ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਬਾਸਨ, ਬਾਸਨ ਤੋਂ ਭਾਵ ਹੁੰਦਾ ਭਾਂਡਾ, ਪਾਤਰ। ਉਹ ਜਿਹੜੇ ਹਿਰਦੇ ਨੇ ਉਹ ਸੁੱਖਾਂ ਦਾ ਹੀ ਪਾਤਰ ਬਣ ਗਏ, ਸੁੱਖ ਦਾ ਹੀ ਭਾਂਡਾ ਬਣ ਗਏ। ਉਹਨਾਂ ਦੇ ਹਿਰਦੇ ਰੂਪੀ ਭਾਂਡੇ ਦੇ ਅੰਦਰ ਸੁੱਖ ਹੀ ਸੁੱਖ ਵਸਦੇ ਨੇ, ਅਥਵਾ ਸੁੱਖ ਸਰੂਪ ਪਰਮਾਤਮਾ ਜੀ ਤਿੰਨਾਂ ਦੇ ਹਿਰਦੇ ਦੇ ਵਿੱਚ ਵਸਦੇ ਨੇ। ਸਿੱਖੋ ਤੁਸੀਂ ਵੀ ਸਤ ਸੰਗਤ ਦੁਆਰਾ ਮਿਲ ਕਰਕੇ ਐਸੇ ਨਾਮ ਨੂੰ ਜਪੋ। ਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਹੋ ਜਾਵੇਗੀ। ਤੁਹਾਡਾ ਵੀ ਵਾਸਾ ਸੁੱਖਾਂ ਦੇ ਵਿੱਚ ਹੋ ਜਾਵੇਗਾ।
ਹਿਰਦੇ ਅੰਦਰ ਫਿਰ ਦੁੱਖ ਨਹੀਂ ਹੋਣਗੇ, ਹਿਰਦਾ ਸੁੱਖ ਦਾ ਹੀ ਭਾਂਡਾ ਬਣ ਜਾਵੇਗਾ, ਸੁੱਖ ਪਾਤਰ ਬਣ ਜਾਵੇਗਾ। ਇਸੇ ਹੀ ਪ੍ਰਕਾਰ ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਹਜ਼ੂਰ ਫਰਮਾਵਣਾ ਕਰਦੇ ਨੇ ਇਸ ਅਵਸਥਾ ਨੂੰ ਜਿਹੜੇ ਗੁਰਸਿੱਖ ਪ੍ਰਾਪਤ ਕਰਦੇ ਨੇ, ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਕਰਦੇ ਨੇ। ਤੇ ਜਦੋਂ ਪ੍ਰਾਪਤ ਕਰਦੇ ਨੇ ਸੁਖ ਸਰੂਪ ਪਰਮਾਤਮਾ ਜੀ ਦੀ ਅਭੇਦਤਾ ਪਾਉਂਦੇ ਨੇ। ਬਾਸ ਨ ਅਗਲੇ ਅਰਥ ਵਾਸਤੇ ਨੰਨਾ ਜਿਹੜਾ ਸੰਧੀ ਛੇਦ ਕੀਤਾ ਜਾਵੇਗਾ, ਪਾਠ ਇਕੱਠਾ ਹੀ ਹੈ, ਕੇਵਲ ਤਾਂ ਕੇਵਲ ਅਰਥ ਵਾਸਤੇ। ਉਹਨਾਂ ਦੇ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਬਾਸ ਵਾਸ਼ਨਾ ਨਹੀਂ ਰਹਿ ਜਾਂਦੀ ਹੈ। ਸਾਰੀਆਂ ਵਾਸ਼ਨਾਵਾਂ ਤਿੰਨਾਂ ਦੀਆਂ ਭਾਵ ਹੋ ਜਾਂਦੀਆਂ ਨੇ, ਮਿਟ ਜਾਂਦੀਆਂ ਨੇ, ਮੁੱਕ ਜਾਂਦੀਆਂ ਨੇ। ਸ਼ੁਭ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ, ਤੇ ਬੁਰੀਆਂ ਵਾਸ਼ਨਾਵਾਂ ਜਿਹੜੀਆਂ ਨੇ ਉਹ ਹਿਰਦੇ ਚੋਂ ਅਭਾਵੀ ਹੋ ਜਾਂਦੀਆਂ, ਖਤਮ ਹੀ ਹੋ ਜਾਂਦੀਆਂ ਨੇ। ਕਿਉਂਕਿ ਜਿਹੜੀਆਂ ਵਾਸ਼ਨਾਵਾਂ ਨੇ ਇਹੋ ਹੀ ਜੰਮਣ ਮਰਨ ਵਿੱਚ ਲੈ ਕੇ ਆਉਂਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਨਾ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਵੈ। ਵਾਸ਼ਨਾਵਾਂ ਦਾ ਬੱਧਾ ਸਰੀਰ ਜੰਮਦਾ ਮਰਦਾ ਹੈ। ਤੇ ਸਤਿਗੁਰੂ ਜੀ ਐਸੀ ਆਪਣੀ ਪ੍ਰਸਾਦ ਰਹਿਮਤ ਕਿਰਪਾ ਵਰਤਾਉਂਦੇ ਨੇ, ਜੀਵ ਦੇ ਹਿਰਦੇ ਦੇ ਵਿੱਚੋਂ ਸਾਰੀਆਂ ਵਾਸ਼ਨਾਵਾਂ ਹੀ ਖਤਮ ਕਰ ਦਿੰਦੇ ਨੇ, ਬੁਰੀਆਂ ਭਾਵਨਾਵਾਂ ਹੀ ਮਿਟਾ ਦਿੰਦੇ ਨੇ। ਇਸ ਪ੍ਰਕਾਰ ਜਿਨ੍ਹਾਂ ਵਾਸ਼ਨਾਵਾਂ ਨੇ ਜੰਮਣ ਮਰਨ ਦਾ ਮੂਲ ਬਣਨਾ ਸੀ, ਮਹਾਰਾਜ ਜੀ ਉਸ ਮੂਲ ਨੂੰ ਹੀ ਮਿਟਾ ਦੇਣਾ ਕਰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਗੁਰਸਿੱਖੋ ਇਸ ਕਰਕੇ ਉਦਮ ਕਰਨਾ ਹੈ, ਆਲਸੀ ਨਹੀਂ ਬਣਨਾ। ਉਦਮ ਕਰਨਾ ਹੈ, ਉਦਮ ਕਰੋ ਉਠ ਨੀਤ, ਉਦਮ ਕਰੇ ਭਲਕੇ ਪ੍ਰਭਾਤੀ। ਇਸ ਪ੍ਰਕਾਰ ਜਦੋਂ ਜੀਵ ਸ਼ੁਭ ਮਾਰਗ ਤੇ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਣ ਵਾਸਤੇ ਉਦਮ ਕਰਦਾ, ਫਿਰ ਹਿਰਦਾ ਸ਼ਾਂਤ ਹੋ ਜਾਂਦਾ ਹੈ। ਹਿਰਦੇ ਦੇ ਸਾਰੇ ਪਾਪਾਂ ਦੇ, ਵਿਕਾਰਾਂ ਦੇ, ਵਾਹਿਗੁਰੂ ਜੀ ਦੇ ਵਿਛੋੜੇ ਦੇ, ਬਿਰਹੋਂ ਦੇ ਜਿਹੜੇ ਦੁੱਖ ਇਤਿਆਦਿਕ ਨੇ ਉਹ ਚਲੇ ਜਾਂਦੇ ਨੇ। ਤੇ ਜਿਹੜਾ ਜੀਵ ਹੈ ਨਾਮ ਨੂੰ ਜਦੋਂ ਸਹਿਤ ਪ੍ਰੇਮ ਦੇ ਰਸ ਲੈ ਲੈ ਕਰਕੇ ਵਾਹਿਗੁਰੂ ਜੀ ਦੇ ਨਾਮ ਚੋਂ ਪਰਮਾਨੰਦ ਦੀ ਪ੍ਰਾਪਤੀ ਨੂੰ ਕਰਦਾ ਹੈ, ਕਲਿਆਣ ਸਰੂਪ ਹੁੰਦਾ ਹੈ, ਖੁਸ਼ੀਆਂ ਆਨੰਦ ਨੂੰ ਪ੍ਰਾਪਤ ਕਰਦਾ ਹੈ, ਹਿਰਦੇ ਰੂਪੀ ਘਰ ਦੇ ਅੰਦਰ ਸਥਿਤੀ ਪਾਉਂਦਾ ਹੈ, ਸਾਧ ਸੰਗਤ ਦੇ ਨਾਲ ਮਿਲ ਕਰਕੇ ਨਾਮ ਦਾ ਸਿਮਰਨ ਕਰਦਾ, ਵਾਹਿਗੁਰੂ ਜੀ ਦਾ ਜਸ ਸਰਵਣ ਕਰਦਾ ਹੈ, ਅਵਿਦਿਆ ਅਗਿਆਨਤਾ ਮਾਇਆ ਰੂਪੀ ਬਲਾ ਚਲੇ ਜਾਂਦੀ ਏ, ਨੇਤਰ ਪਨੀਤ ਹੋ ਜਾਂਦੇ ਸਾਧ ਸੰਗਤ ਦੇ ਦਰਸ਼ਨ ਕਰਕੇ, ਮਸਤਕ ਪਵਿੱਤਰ ਹੋ ਜਾਂਦਾ ਹੈ, ਸਫਲਾ ਧਨ ਹੋ ਜਾਂਦਾ ਹੈ ਗੁਰੂ ਕੇ ਚਰਨਾਂ ਤੇ ਸਪਰਸ਼ ਕਰਕੇ। ਤੇ ਸਾਧ ਸੰਗਤ ਦੀ ਟਹਿਲ ਕਰਦਿਆਂ ਸਾਰੇ ਫਲ ਪ੍ਰਾਪਤ ਕਰਦਾ, ਪੂਰਾ ਦਾ ਪੂਰਾ ਸਰੀਰ ਹੀ ਸਫਲਾ ਹੋ ਜਾਂਦਾ ਹੈ। ਸੰਤਾਂ ਦੀ ਕਿਰਪਾ ਦੇ ਨਾਲ ਪਰਮ ਪਦ ਨੂੰ ਜੀਵ ਅਧਿਕਾਰੀ ਜਨ ਪ੍ਰਾਪਤ ਕਰਦਾ ਹੈ। ਇਹ ਸੰਤਾਂ ਦੀ ਸੰਗਤ ਉਦੋਂ ਮਿਲਦੀ ਜਦੋਂ ਵਾਹਿਗੁਰੂ ਜੀ ਕਿਰਪਾਲਤਾ ਕਰਦੇ ਨੇ। ਤੇ ਜਦੋਂ ਵਾਹਿਗੁਰੂ ਜੀ ਕਿਰਪਾਲਤਾ ਕਰਦੇ ਨੇ, ਜੀਵ ਫਿਰ ਪ੍ਰਮਾਤਮਾ ਦੇ ਦਾਸਾਂ ਸੰਤਾਂ ਦੇ ਚਰਨੀ ਆ ਕਰਕੇ ਲੱਗਦਾ ਹੈ ਤੇ ਸੁਖ ਸਰੂਪ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦਾ ਹੈ। ਫਿਰ ਜਿਵੇਂ ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲਦਾ ਤੇ ਹਨੇਰਾ ਚਲਿਆ ਜਾਂਦਾ ਨਾ, ਜਦੋਂ ਫਿਰ ਨਾਮ ਨੂੰ ਜਪਣਾ ਕਰਦਾ ਤੇ ਹਿਰਦੇ ਵਿੱਚੋਂ ਆਪ ਗਿਆ ਹਉਮੈ ਭਾਵ ਚਲਿਆ ਜਾਂਦਾ ਹੈ। ਤੇ ਜਦੋਂ ਹਉਮੈ ਭਾਵ ਹੀ ਚਲਿਆ ਗਿਆ, ਅਗਿਆਨਤਾ ਦਾ ਹਨੇਰਾ ਮਿਟ ਗਿਆ ਨਾਮ ਰੂਪੀ ਦੀਵਾ ਜਗਣ ਦੇ ਨਾਲ, ਫਿਰ ਆਪੇ ਹੀ ਭਏ ਆਪ ਹੀ ਪ੍ਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਫਿਰ ਜਨ ਦੇ ਵਿੱਚ ਤੇ ਪ੍ਰਮਾਤਮਾ ਜੀ ਦੇ ਅੰਦਰ ਕੋਈ ਭੇਦ ਨਹੀਂ ਰਹਿ ਜਾਂਦਾ। ਇਹ ਦਾਤਾਂ ਉਦੋਂ ਮਿਲਦੀਆਂ ਨੇ ਜਦੋਂ ਕਿਰਪਾ ਦੇ ਸਾਗਰ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈਂਦਾ ਹੈ। ਜਿਸ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰਨੇ ਦੀ ਚਾਹਤ ਸੀ, ਜਦੋਂ ਉਹ ਚਾਹਤ ਪੂਰੀ ਹੋ ਗਈ, ਹੋਰ ਕੋਈ ਸਾਧਨ ਕਰਨਾ ਬਾਕੀ ਨਹੀਂ ਰਹਿ ਜਾਂਦਾ। ਜੰਗਲਾਂ ਵਿੱਚ ਜਾ ਕਰਕੇ ਭ੍ਰਮਣ ਦੀ ਲੋੜ ਨਹੀਂ ਰਹਿ ਜਾਂਦੀ ਹੈ। ਜੀਵ ਸਰੂਪ ਰੂਪ ਦੇ ਅੰਦਰ ਸਥਿਤ ਹੋ ਜਾਂਦੇ ਨੇ, ਸੁਖ ਸਰੂਪ ਦੇ ਅੰਦਰ ਆਸਨ ਪ੍ਰਾਪਤ ਕਰਦੇ ਨੇ, ਭਾਵ ਸਥਿਤੀ ਪਾਉਂਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਉਹਨਾਂ ਦੀਆਂ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ, ਉਹ ਸੁਖ ਦੇ ਪਾਤਰ ਬਣ ਜਾਂਦੇ ਨੇ। ਤੇ ਸੁਖ ਸਰੂਪ ਪਰਮਾਤਮਾ ਜੀ ਦੇ ਵਿੱਚ ਹੀ ਸਦੀਵ ਕਾਲ ਤਿੰਨਾਂ ਦਾ ਵਾਸਾ ਹੁੰਦਾ ਹੈ। ਜੰਮਣ ਮਰਨ ਇਤਿਆਦਿਕ ਤਿੰਨਾਂ ਨੂੰ ਨਹੀਂ ਹੁੰਦਾ ਹੈ। ਜੰਮਣ ਮਰਨ ਨਾ ਤਿੰਨ ਕਉ, ਜੋ ਹਰ ਲੜ ਲਾਗੇ। ਹਰੀ ਪਰਮਾਤਮਾ ਜੀ ਦੇ ਨਾਮ ਰੂਪੀ ਗੁਰਬਾਣੀ ਰੂਪੀ ਲੜ ਦੇ ਨਾਲ ਲੱਗਦੇ ਨੇ, ਉਹਨਾਂ ਦਾ ਜੰਮਣ ਮਰਨ ਮਿਟ ਜਾਂਦਾ ਹੈ। ਇਸ ਪ੍ਰਕਾਰ ਮਨ ਵੀ ਸੀਤਲ, ਤਨ ਵੀ ਸੀਤਲ, ਹਿਰਦਾ ਸੀਤਲ, ਵਿਕਾਰਾਂ ਦੀ ਤਪਸ਼ ਨਹੀਂ ਲੱਗਦੀ ਹੈ, ਜੀਵ ਸਫਲਾ ਹੋ ਜਾਂਦਾ ਹੈ। ਕਰਨਾ ਕੀ ਪਵੇਗਾ? ਉਦਮ। ਉਦਮ ਕਰਕੇ ਸਾਧ ਸੰਗਤ ਦੇ ਵਿੱਚ ਆਉਣਾ ਹੈ, ਹਰ ਜਸ ਸਰਵਣ ਕਰਨਾ ਤੇ ਪਿਆਰ ਦੇ ਨਾਲ ਉਚਾਰਨਾ ਹੈ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਉਪਦੇਸ਼ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਸਰਬਤ ਸੰਸਾਰ ਨੂੰ ਉਚਾਰਨ ਕਰਕੇ ਸਾਂਝਾ ਬਖਸ਼ਿਸ਼ ਕਰਨਾ ਕੀਤਾ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਅਰਜ਼ ਗੁਜ਼ਾਰੀਏ, ਬੇਨਤੀ ਕਰੀਏ, ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੇ ਉੱਪਰ ਕਿਰਪਾਲਤਾ ਕਰੋ, ਸਾਰਿਆਂ ਤੇ ਮਿਹਰ ਕਰੋ।
ਆਪ ਜੀ ਦਾ ਪਾਵਨ ਅੰਮ੍ਰਿਤਮਈ ਉਪਦੇਸ਼ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਵੇ। ਆਪ ਜੀ ਦੇ ਉਪਦੇਸ਼ਾਂ ਨੂੰ ਕਮਾ ਕਰਕੇ ਹਿਰਦਾ ਵੀ ਸਫਲ ਹੋ ਜਾਵੇ, ਸਰੀਰ ਵੀ ਸਫਲ ਹੋ ਜਾਵੇ, ਜਨਮ ਸਫਲਾ ਹੋ ਜਾਵੇ। ਮਹਾਰਾਜ ਆਪ ਜੀ ਦੀ ਸਨਮੁਖਤਾ ਸਦਾ ਬਣੀ ਰਵੇ। ਆਪ ਜੀ ਦੇ ਚਰਨਾਂ ਵਿਖੇ ਪ੍ਰਵਾਨ ਚੜ ਜਾਈਏ। ਕਲਗੀਧਰ ਸੱਚੇ ਪਾਤਸ਼ਾਹ ਜੀ ਤਖਤਾਂ ਤੇ ਸੁਭਾਏਮਾਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਨਾਂ ਤੇ ਕਿਰਪਾਲਤਾ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਭਨਾਂ ਤੇ ਕਿਰਪਾਲਤਾ ਕਰੋ। ਸਭਨਾਂ ਨੂੰ ਗੁਰਸਿੱਖੀ ਜੀਵਨ ਗੁਰਮੁਖ ਨਾਮਦਾਨ ਇਸਨਾਨ ਵਾਲਾ ਜੀਵਨ ਬਖਸ਼ ਕਰਕੇ ਕਿਰਤਾਰਥ ਕਰ ਦੇਵੋ ਜੀ। ਮਨੋ ਕਾਮਨਾ ਉਗਾਵਾਂ ਗੁਰਮਤ ਅਨੁਸਾਰ ਪੂਰੀਆਂ ਕਰੋ। ਸਭਨਾਂ ਦੀਆਂ ਯਾਤਰਾਵਾਂ ਸਫਲ ਕਰੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰੋ। ਸਾਧ ਸੰਗਤ ਜੀ ਕਿਰਪਾ ਕਰੋ। ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮੱਤ ਬਖਸ਼ੋ ਜੀ। ਪਾਵਨ ਸਤਿਗੁਰੂ ਜੀ ਦੇ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਅਸਥਿਰ ਭਏ ਬਸੀ ਸੁਖ ਆਸਨ, ਗੁਰ ਪ੍ਰਸਾਦ ਨਾਨਕ ਸੁਖ ਬਾਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤ ਹੀ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब मैं दुख पंजन गुण तास।